ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜਿਹੜਾ ਐਜੂਕੇਸ਼ਨ ਸਿਸਟਮ ਆ ਢਾਂਚਾ ਆ ਵਿਦਿਅਕ ਢਾਂਚਾ ਜਿਹੜਾ ਆ ਉਸ ਢਾਂਚੇ ਨੂੰ ਜਾਂ ਜਾਣੇ 'ਚ ਅਣਜਾਣੇ 'ਚ ਕਿਸੇ ਸਾਜ਼ਿਸ਼ ਅਧੀਨ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਆ ਕਿ ਸਾਡੇ ਕੋਲ 8 ਤੋਂ 10% ਜਿਹੜਾ ਸਾਡੀ ਅੱਗੇ ਜੀਵਨ ਜਿਉਣ ਲਈ ਸਾਨੂੰ ਚਾਹੀਦਾ ਸੀ ਉਹਦੇ ਕੁਝ ਵੀ ਨਹੀਂ ਬਚਦਾ। ਅਸੀਂ ਪੜ੍ਹ ਕੇ ਵੀ ਅਨਪੜ੍ਹ ਰਹਿ ਜਾਂਦੇ ਹਾਂ ਜਾਂ ਕਹਿ ਸਕੀਏ ਕਿ ਸਾਡੇ ਨੌਜਵਾਨਾਂ ਦੇ ਕੋਲ ਇੱਕ ਸਰਟੀਫਿਕੇਟਾਂ ਤੋਂ ਬਿਨਾਂ ਬਾਕੀ ਕੁਝ ਵੀ ਨਹੀਂ ਹੁੰਦਾ। ਤੇ ਜਿਹੜੀਆਂ ਚੀਜ਼ਾਂ ਜਿਹੜੇ ਕੌਮ ਹੀਰੋ ਸੀ ਜਿਨ੍ਹਾਂ ਆਪਣੀਆਂ ਜ਼ਿੰਦਗੀਆਂ ਗਵਾ ਲਈਆਂ ਕੌਮ ਲਈ ਦੇਸ਼ ਲਈ, ਉਹਨਾਂ ਲੋਕਾਂ ਦਾ ਨਾਂ ਨਿਸ਼ਾਨ ਨਹੀਂ ਲੱਭਦਾ ਕਿਤਾਬਾਂ ਦੇ ਵਿੱਚ। ਦੇ ਸਕੂਲ ਦੇ 123 ਬੱਚੇ ਜਿਹੜੇ ਲਾਸਟ ਈਅਰ ਉਹਨਾਂ ਨੇ +2 ਕੀਤੀ ਜੀ, ਉਹਦੇ ਵਿੱਚੋਂ ਮੇਰੀ ਗਿਣਤੀ ਮੁਤਾਬਕ, ਕਿਉਂਕਿ ਹਰ ਬੱਚਾ ਸਾਡੇ ਕੋਲ ਜਦੋਂ ਉਹਦਾ ਵੀਜ਼ਾ ਲੱਗ ਜਾਂਦਾ ਤਾਂ ਬੜੇ ਚਾਅ ਨਾਲ ਦੱਸਣ ਆਉਂਦਾ, 116 ਬੱਚੇ ਕੈਨੇਡਾ ਜਾ ਚੁੱਕੇ ਆ। ਬੱਲੇ 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 ਬੱਲੇ। ਪੰਜਾਬ ਦੀ ਸਿੱਖੀ ਦੇ ਭਵਿੱਖ ਦੀ ਔਰ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਦਰਦ ਹੋਵੇ ਵੀ ਸਾਡੀ ਕੌਮ ਜਿਹੜੀ ਹੈ ਉਹ ਗਲਤ ਰਸਤੇ ਨੂੰ ਸਾਡਾ ਯੂਥ ਜਾ ਰਿਹਾ ਵਾ, ਅਸੀਂ ਇਹਨੂੰ ਬਚਾਉਣਾ ਆ। ਇਹ ਪਹਿਲੋਂ ਅੰਦਰ ਜਿਹੜੀ ਦ੍ਰਿੜ ਸੰਕਲਪ ਹੋਣਾ ਜ਼ਰੂਰੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਆ ਜਾਣਾ ਮੈਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਆਪਣੇ ਨਾਲ ਲੈ ਕੇ। ਗੱਲਾਂ ਕਰਦੇ ਹਾਂ ਦਰਦਾਂ ਦੀਆਂ, ਗੱਲਾਂ ਕਰਦੇ ਹਾਂ ਪੰਜਾਬ ਦੇ ਹਾਲਾਤਾਂ ਦੀਆਂ, ਗੱਲਾਂ ਕਰਦੇ ਹਾਂ ਪੰਜਾਬ ਦੇ ਵਿੱਚੋਂ ਨੌਜਵਾਨੀ ਵੀ ਮੁੱਕਦੀ ਜਾ ਰਹੀ ਹੈ, ਪਾਣੀ ਵੀ ਮੁੱਕਦਾ ਜਾ ਰਿਹਾ ਹੈ। ਬੜੀ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਕਦੀ ਕਦੀ ਦਿਲ ਦੇ ਵਿੱਚ ਐਸਾ ਖਿਆਲ ਜਿਹਾ ਹੁੰਦਾ, ਮੈਂ ਇਹ ਨਹੀਂ ਕਹਿੰਦਾ ਸਾਡੇ ਬੱਚੇ ਪ੍ਰਦੇਸ਼ ਕਿਉਂ ਜਾ ਰਹੇ ਨੇ, ਕਿਉਂਕਿ ਪ੍ਰਦੇਸੀ ਬੈਠੇ ਬੱਚਿਆਂ ਦੇ ਮਨ 'ਚ ਕਿਤੇ ਨਾ ਕਿਤੇ ਖਿਆਲ ਆਵੇਗਾ ਵੀ ਅਸੀਂ ਸੌਖੇ ਹਾਂ, ਜ਼ਿੰਦਗੀ ਸੌਖੀ ਲੰਘਦੀ ਪਈ ਹੈ, ਹਰਪ੍ਰੀਤ ਸਿੰਘ ਮਖੂ ਨੂੰ ਕੀ ਤਕਲੀਫ ਹੋ ਸਕਦੀ ਹੈ। ਨਹੀਂ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੇਰਾ ਮੰਨਣਾ ਇਹ ਵੀ ਹੈ ਵੀ ਜਿਹੜੀਆਂ ਸੁੱਖ ਸਹੂਲਤਾਂ ਸਾਨੂੰ ਉੱਥੇ ਮਿਲਦੀਆਂ ਨੇ, ਜੇ ਸਾਡੇ ਪੰਜਾਬ ਦੇ ਵਿੱਚ ਹੀ ਸਾਡੇ ਬੱਚਿਆਂ ਨੂੰ ਮਿਲ ਜਾਂਦੀਆਂ ਤੇ ਆਖਰ ਸਾਡਾ ਬੱਚਾ ਪੰਜਾਬ ਛੱਡ ਕੇ ਜਾਂਦਾ ਹੀ ਕਿਉਂ। ਫਿਰ ਵੀ ਸਾਡਾ ਇਸ ਧਰਤੀ ਤੇ ਰਾਜ ਰਿਹਾ ਹੈ। ਸਾਡੇ ਬਾਪ ਦਾਦਿਆਂ ਨੇ ਸੱਪਾਂ ਦੀਆਂ ਸਰੀਆਂ ਮਿੱਧ ਕੇ ਜ਼ਮੀਨਾਂ ਆਬਾਦ ਕੀਤੀਆਂ ਨੇ। ਕਿਤੇ ਨਾ ਕਿਤੇ ਇਸ ਧਰਤੀ ਦੇ ਵਿੱਚ ਸਾਡੇ ਬਾਪ ਦਾਦਿਆਂ ਦਾ ਪਸੀਨਾ ਵੀ ਡੁੱਲਿਆ ਤੇ ਲਹੂ ਵੀ ਡੁੱਲਿਆ। ਮੈਂ ਤੁਹਾਡੇ ਨਾਲ ਹਾਂ, ਤੁਸੀਂ ਜਿੱਥੇ ਵੀ ਜਾਂਦੇ ਹੋ, 7 ਸਮੁੰਦਰ ਪਾਰ ਬੈਠੇ ਵੀ ਪੰਜਾਬ ਦਾ ਦਰਦ ਮਹਿਸੂਸ ਕਰਦੇ ਹੋ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਰਿਣੀ ਹਾਂ। ਪਰ ਗੱਲਾਂ ਕਰਦੇ ਹਾਂ ਅੱਜ ਪੰਜਾਬ ਦੀਆਂ, ਕਿਉਂਕਿ ਮੇਰੇ ਨਾਲ ਨੇ ਸਰਦਾਰ ਸਵਰਨ ਸਿੰਘ ਜੀ, ਜੋ ਉੱਘੇ ਸਿੱਖ ਚਿੰਤਕ ਨੇ, ਸਮੇਂ-ਸਮੇਂ ਦੇ ਉੱਪਰ ਆਪਣੇ ਸੁਝਾਅ, ਆਪਣੇ ਵਿਚਾਰ ਵੀ ਰੱਖਦੇ ਨੇ, ਲੰਮਾ ਸਮਾਂ ਇੱਕ ਸੰਘਰਸ਼ ਦਾ ਹਿੱਸਾ ਵੀ ਰਹੇ ਨੇ, ਅਸਲੀਅਤ ਅੱਖਾਂ ਦੇ ਨਾਲ ਵੇਖੀ ਹੈ। ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਗਲਤੀਆਂ ਤੇ ਕਮਜ਼ੋਰੀਆਂ ਸੀ ਉਹਨਾਂ ਤੇ ਵੀ ਖੁੱਲ੍ਹ ਕੇ ਬੋਲ ਦਿੰਦੇ ਨੇ ਵੀ ਆਹ ਭਾਈ ਸਾਡੀਆਂ ਗਲਤੀਆਂ ਰਹੀਆਂ ਨੇ। ਪਰ ਖੈਰ, ਬੜਾ ਵੱਡਾ ਜਿਗਰਾ ਚਾਹੀਦਾ ਹੁੰਦਾ ਹੈ ਆਪਣੀ ਗਲਤੀ ਨੂੰ ਕਬੂਲਣ ਦੇ ਲਈ। ਖੈਰ, ਆਓ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਹਾਲਾਤਾਂ ਦੇ ਉੱਪਰ। ਐਜੂਕੇਸ਼ਨ ਕੈਸੀ ਹੋਵੇ ਕਿ ਅੱਜ ਲੱਗਦਾ ਨਹੀਂ ਕਿ ਬੱਚਿਆਂ ਦੇ ਉੱਪਰ ਜਿਹੜੀ ਐਜੂਕੇਸ਼ਨ ਥੋਪੀ ਜਾ ਰਹੀ ਹੈ 5 ਤੋਂ 10% ਉਹਨਾਂ ਦੇ ਕੰਮ ਆਉਣ ਵਾਲੀ ਹੈ, ਬਾਕੀ 90% ਮੈਂ ਇਹ ਤਾਂ ਨਹੀਂ ਕਹਿੰਦਾ ਕੰਮ ਨਹੀਂ ਆਉਣ ਵਾਲੀ, ਪਰ ਮੇਰੇ ਖਿਆਲ ਦੇ ਵਿੱਚ ਕੰਮ ਆਉਂਦੀ ਨਜ਼ਰ ਆ ਵੀ ਨਹੀਂ ਰਹੀ। ਇਹ ਸਾਰੇ ਮੁੱਦਿਆਂ ਦੇ ਉੱਪਰ ਵਿਚਾਰ ਕਰਦੇ ਹਾਂ। ਐਜੂਕੇਸ਼ਨ ਕੈਸੀ ਹੋਵੇ, ਸਾਡੇ ਬੱਚੇ ਪੰਜਾਬ ਛੱਡ ਕੇ ਪ੍ਰਦੇਸ਼ ਕਿਉਂ ਤੁਰੇ ਜਾਂਦੇ ਨੇ, ਸੁਪਨੇ ਸਾਡੇ ਅਜੇ ਵੱਡੇ ਵੱਡੇ ਨੇ ਤੇ ਯੂਥ ਸਾਨੂੰ ਲੱਭਦਾ ਨਹੀਂ ਪਿਆ। ਤੇ ਕੋਈ ਵਕਤ ਹੁੰਦਾ ਸੀ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਣੀ ਸੀ ਯੂਥ ਸਾਂਭਣ ਵਾਸਤੇ, ਵੀ ਕਾਲਜ ਤੇ ਯੂਨੀਵਰਸਿਟੀ ਵਿੱਚ ਯੂਥ ਸਾਂਭਾਂਗੇ, ਪਰ ਅੱਜ ਕਿਵੇਂ ਸਾਂਭਾਂਗੇ, +2 ਕਰਕੇ ਤੇ ਸਾਰੇ ਪ੍ਰਦੇਸ਼ਾਂ ਨੂੰ ਤੁਰੇ ਜਾਂਦੇ ਨੇ। ਆਓ ਇਹਨਾਂ ਮੁੱਦਿਆਂ ਦੇ ਉੱਪਰ ਸੰਖੇਪ ਝਾਤ ਪਾਈਏ। ਮੇਰੇ ਨਾਲ ਨੇ ਸਰਦਾਰ ਸਵਰਨ ਸਿੰਘ ਜੀ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਰਦਾਰ ਸਵਰਨ ਸਿੰਘ ਜੀ ਦਾ ਸਵਾਗਤ ਕਰਦੇ ਹਾਂ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੜੀ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ। ਧੰਨਵਾਦ ਜੀ ਤੁਹਾਡਾ ਵੀ, ਅਕਾਲ ਚੈਨਲ ਦੀ ਸਾਰੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਦਾਸ ਨੂੰ ਜਿਹੜਾ ਮੌਕਾ ਦਿੱਤਾ ਹੈ ਆਪਣੇ ਚੈਨਲ ਦੇ ਉੱਤੇ ਕਿ ਆਪਣੇ ਵਿਚਾਰ ਜਿਹੜੇ ਆ ਐਜੂਕੇਸ਼ਨ ਦੇ ਬਾਰੇ ਦੇ ਵਿੱਚ ਅੱਜ ਸਾਡੇ ਵਿੱਚ ਕੀ ਘਾਟ, ਕਿੱਥੇ ਕਿੱਥੇ ਪ੍ਰੋਬਲਮ ਹੈ, ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਾਡੀ ਕੌਮ ਨੂੰ ਸਾਹਮਣੀਆਂ ਕਰਨੀਆਂ ਪੈ ਰਹੀਆਂ ਹਨ, ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਸਕਾਂ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਵੀਰ ਜੀ, ਤੁਸੀਂ ਗੱਲਬਾਤ ਕਰਦੇ ਆ ਐਜੂਕੇਸ਼ਨ ਦੀ, ਤੇ ਇੱਕ ਸਿੱਖ ਚਿੰਤਕ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਵੀ ਅਸੀਂ ਕਿਹੋ ਜਿਹੀ ਐਜੂਕੇਸ਼ਨ ਬੱਚੇ ਨੂੰ ਦਈਏ ਜਿਸ ਐਜੂਕੇਸ਼ਨ ਨੂੰ ਅਮਲੀ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਲਿਆ ਸਕੇ? ਦੇਖੋ, ਜਦੋਂ ਅਸੀਂ ਗੱਲ ਕਰਦੇ ਹਾਂ ਅੱਜ
ਸਾਡੇ ਸਟੇਟ ਦੀ ਜਾਂ ਕਹਿ ਲਓ ਇੰਡੀਆ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਤਾਂ ਫੋਰਨ ਦਾ ਐਜੂਕੇਸ਼ਨ ਸਿਸਟਮ ਜਿਹੜਾ ਵਾ ਉਹਦੇ ਵਿੱਚ ਕਿੰਨਾ ਵੱਡਾ ਅੰਤਰ ਹੈ। ਐਜੂਕੇਸ਼ਨ ਉਹ ਹੋਣੀ ਚਾਹੀਦੀ ਹੈ ਜਿਹੜੀ ਸਿਧਾਂਤਕ ਤੌਰ ਦੇ ਉੱਤੇ ਤੇ ਪ੍ਰੋਫੈਸ਼ਨਲ ਤੌਰ ਦੇ ਉੱਤੇ, ਭਾਵ ਐਜੂਕੇਸ਼ਨ ਜਦੋਂ, ਕਿਉਂਕਿ ਆਮ ਤੌਰ ਦੇ ਉੱਤੇ ਜਿਹੜੀ ਹੈ ਨਾ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਵੀ ਕੋਈ ਬੱਚਾ ਪੜ੍ਹਦਾ ਹੈ ਤੇ ਉਹ ਜਦੋਂ ਪੜ੍ਹਾਈ ਪੂਰੀ ਕਰ ਲੈਂਦਾ ਹੈ ਉਹਦੇ ਕੋਲ 8 ਤੋਂ 10% ਐਜੂਕੇਸ਼ਨ ਪੜ੍ਹੀ ਹੋਈ ਜਿਹੜੀ ਹੈ ਉਹ ਬਾਕੀ ਗਿਆਨ ਦੇ ਰੂਪ ਵਿੱਚ ਉਹਦੇ ਕੋਲ ਬਚ ਜਾਂਦੀ ਹੈ। ਤੇ ਉਹ ਹੁੰਦੀ ਹੈ ਜਿਹੜੀ ਸਾਰੀ ਐਜੂਕੇਸ਼ਨ ਦਾ ਤੱਤ ਜੀ, ਨਿਚੋੜ, ਜਿਹਦੇ ਵਿੱਚ ਉਹਨੇ ਆਪਣੀ ਅੱਗੇ ਜੀਵਨ ਨੂੰ ਚਲਾਉਣਾ ਹੁੰਦਾ। ਹੁਣ ਪ੍ਰੋਬਲਮ ਕਿੱਥੇ ਆ ਗਈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ, ਢਾਂਚਾ ਆ, ਵਿਦਿਅਕ ਢਾਂਚਾ ਜਿਹੜਾ ਆ, ਉਸ ਢਾਂਚੇ ਨੂੰ ਜਾਂ ਜਾਣੇ 'ਚ ਅਣਜਾਣੇ 'ਚ ਕਿਸੇ ਸਾਜ਼ਿਸ਼ ਅਧੀਨ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਆ ਕਿ ਸਾਡੇ ਕੋਲ 8 ਤੋਂ 10% ਜਿਹੜਾ ਸਾਡੀ ਅੱਗੇ ਜੀਵਨ ਜਿਉਣ ਲਈ ਸਾਨੂੰ ਚਾਹੀਦਾ ਸੀ ਉਹਦੇ ਕੁਝ ਵੀ ਨਹੀਂ ਬਚਦਾ। ਅਸੀਂ ਪੜ੍ਹ ਕੇ ਵੀ ਅਨਪੜ੍ਹ ਰਹਿ ਜਾਂਦੇ ਆ, ਜਾਂ ਕਹਿ ਸਕੀਏ ਕਿ ਸਾਡੇ ਨੌਜਵਾਨਾਂ ਦੇ ਕੋਲ ਇੱਕ ਸਰਟੀਫਿਕੇਟਾਂ ਤੋਂ ਬਿਨਾਂ ਬਾਕੀ ਕੁਝ ਵੀ ਨਹੀਂ ਹੁੰਦਾ ਜੀ। ਪੁਰਾਣਾ ਜ਼ਮਾਨਾ ਸੀ ਇੱਕ, ਜਦੋਂ ਮੈਂ ਬਜ਼ੁਰਗਾਂ ਕੋਲ ਸੁਣਦੇ ਰਹੇ ਆ ਕਿ 1947 ਜਾਂ 48-50 ਦੀ ਗੱਲ, ਤਾਂ ਉਸ ਵਕਤ ਦੋ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਸੀ ਨੌਜਵਾਨ ਕਿਸੇ ਵੀ ਬੱਚੇ ਨੂੰ। ਇੱਕ ਸੀ ਪੰਜਾਬੀ ਜਾਂ ਉਰਦੂ ਦਾ ਗਿਆਨ ਤੇ ਦੂਜੀ ਸੀਗੀ ਕਿ ਜੋੜ ਘਟਾਓ। ਬਸ ਅਸੀਂ ਅੱਜ ਉੱਥੇ ਪਹੁੰਚ ਗਏ ਹਾਂ, ਜੋੜ ਘਟਾਓ ਤੇ ਪੰਜਾਬੀ ਦਾ ਗਿਆਨ ਜੀ। ਉਹ ਵੀ ਅਸੀਂ, ਮੈਂ ਸਮਝਦਾ ਕਿ ਉੱਥੇ ਵੀ ਨਹੀਂ, ਅਸੀਂ ਪੰਜਾਬੀ ਦਾ ਗਿਆਨ ਵੀ ਨਹੀਂ ਰਹਿ ਗਿਆ ਸਾਡੇ ਕੋਲ। ਜਿਹੜੀ ਜਿਸ ਤਰ੍ਹਾਂ ਦੇ ਜਿਸ ਲੈਵਲ ਦੇ ਜਿਹੜੀ ਦੇਸ਼ਾਂ ਦੀ ਵਿੱਦਿਆ ਦੇ ਹਾਣੀ ਅਸੀਂ ਬਣਨਾ ਸੀਗਾ, ਉਹਦੇ ਤੋਂ ਸਾਡੇ ਬੱਚੇ ਔਰ ਸਾਡੀ ਕੌਮ ਜਿਹੜੀ ਵਿਸ਼ੇਸ਼ ਤੌਰ ਤੇ ਸਾਡਾ ਪੰਜਾਬ ਜਿਹੜਾ ਹੈ, ਉਹ ਅਸੀਂ ਬਹੁਤ ਜ਼ਿਆਦਾ ਪਛੜ ਗਏ ਹਾਂ। ਕਿੱਥੇ ਕਿੱਥੇ ਘਾਟ ਲੱਗਦੀ ਪਈ ਹੈ ਐਜੂਕੇਸ਼ਨ 'ਚ? ਕੀ ਐਸਾ ਲੈ ਕੇ ਆਈਏ ਤਾਂ ਕਿ ਬੱਚਾ ਆਪਣੇ ਡਿਸੀਜਨ ਪਾਵਰ ਜਿਹੜੀ ਹੈ ਉਹਦੀ ਬੜੀ ਜ਼ਿਆਦਾ ਸਟਰੋਂਗ ਹੋ ਜਾਵੇ? ਕੀ ਐਸਾ ਬੱਚਿਆਂ ਨੂੰ ਦੇਣਾ ਚਾਹੀਦਾ ਹੈ? ਹੁਣ ਜੇ ਤੁਹਾਡੀ ਗੱਲ ਕਰੀਏ, ਤੁਸੀਂ ਸਕੂਲ ਚਲਾ ਰਹੇ ਹੋ, ਸਿਲੇਬਸ ਬਣਿਆ ਬਣਾਇਆ ਆ ਰਿਹਾ, ਤੁਹਾਨੂੰ ਪੜ੍ਹਾਉਣਾ ਪੈ ਰਿਹਾ, ਉਹਦੇ ਵਿੱਚ ਤੁਸੀਂ ਕੀ ਤਬਦੀਲੀ ਕਰ ਪਾਓਗੇ? ਕੁਝ ਵੀ ਨਹੀਂ ਕਰ ਸਕਦੇ। ਦੇਖੋ, ਜਿੰਨੀ ਦੇਰ ਤੱਕ ਲੀਡਰਸ਼ਿਪ ਜਿਹੜੀ ਹੈ, ਚਾਹੇ ਉਹ ਸਟੇਟ ਦੀ ਹੋਵੇ, ਦੇਸ਼ ਦੀ ਹੋਵੇ, ਉਹ ਸ਼ਹਿਰਦ ਨਾ ਹੋਵੇ, ਉਨੀ ਦੇਰ ਤੱਕ ਇਹਦੇ ਵਿੱਚ ਕੁਝ ਨਹੀਂ ਤਬਦੀਲੀ ਹੋ ਸਕਦੀ। ਕਿਉਂਕਿ ਉਹਨਾਂ ਨੇ ਸਾਡੇ ਉੱਤੇ, ਜਿੱਥੋਂ ਤੱਕ ਆਪਾਂ ਇਤਿਹਾਸ ਦੀ ਗੱਲ ਆਈਏ, ਜਿਹੜੀ ਸਾਨੂੰ ਸਿਧਾਂਤਕ ਤੌਰ ਦੇ ਉੱਤੇ ਜੀਵਨ ਜਿਉਣ ਵਾਸਤੇ ਚਾਹੀਦਾ, ਸਿਧਾਂਤ ਵਿੱਚ ਇੰਨਾ ਕੁ ਰਲਾ ਪਾ ਦਿੱਤਾ, ਇਤਿਹਾਸ ਵਿੱਚ ਇੰਨਾ ਕੁ ਰਲਾ ਪਾ ਦਿੱਤਾ ਆ ਕਿ ਅੱਜ ਸਾਡੇ ਬੱਚੇ ਸਮਝਣ ਤੋਂ ਸਮਰੱਥ ਆ ਸੱਚ ਕੀ ਆ ਤੇ ਝੂਠ ਕੀ ਆ। ਦੇਸ਼ ਦੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਕਿਸੇ ਸਮੇਂ ਦੇ ਨਾਲ ਉਹਨਾਂ ਨੇ ਦੇਸ਼ ਨਾਲ ਗਦਾਰੀਆਂ ਕੀਤੀਆਂ, ਦੇਸ਼ ਦੇ ਨਾਲ ਸਮੇਂ-ਸਮੇਂ ਤੇ ਲਹਿਰਾਂ ਦੇ ਨਾਲ ਜਿਹੜਾ ਸੀ ਉਹ ਵਫਾ ਨਹੀਂ ਕੀਤੀ, ਉਹ ਲੋਕਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ। ਇਤਿਹਾਸ ਦੇ ਵਿੱਚ ਸਾਡੀਆਂ ਕਿਤਾਬਾਂ 'ਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਤੇ ਜਿਹੜੀਆਂ ਚੀਜ਼ਾਂ, ਜਿਹੜੇ ਕੌਮ ਹੀਰੋ ਸੀ ਜਿਨ੍ਹਾਂ ਆਪਣੀਆਂ ਜ਼ਿੰਦਗੀਆਂ ਗਵਾ ਲਈਆਂ ਕੌਮ ਲਈ, ਦੇਸ਼ ਲਈ, ਉਹਨਾਂ ਲੋਕਾਂ ਦਾ ਨਾਂ ਨਿਸ਼ਾਨ ਨਹੀਂ ਲੱਭਦਾ ਕਿਤਾਬਾਂ ਦੇ ਵਿੱਚੋਂ। ਹੁਣ ਸਾਡੇ ਬੱਚੇ ਪਹਿਲੀ ਤੋਂ ਲੈ ਕੇ 10ਵੀਂ ਤੱਕ, ਜਦੋਂ, ਕਿਉਂਕਿ ਆਮ ਤੌਰ ਤੇ ਇਹ ਸਮਾਂ ਜਿਹੜਾ ਆ ਇੱਕ ਕੋਰਾ ਮਨ ਹੁੰਦਾ, ਇਹਦੇ ਤੇ ਜੋ ਉਕਰਿਆ ਜਾਂਦਾ ਉਹ ਪੂਰੀ ਲਾਈਫ ਜਿਹਨੂੰ ਉਹਨੂੰ ਮਿਟਾਉਣਾ ਔਖਾ ਹੋ ਜਾਂਦਾ। ਹੁਣ ਲਿਖਿਆ ਤਾਂ ਉਹ ਜਾ ਰਿਹਾ, ਤੇ ਜਦੋਂ ਬਾਅਦ ਜਾ ਕੇ ਬੱਚੇ ਉਹ ਪੜ੍ਹਦੇ ਆ ਕਿ ਉਹ ਲੋਕ ਜਦੋਂ ਉਹਨਾਂ ਦੇ ਸਾਹਮਣੇ ਕਿਤੇ ਨਾ ਕਿਤੇ ਇਹ ਗੱਲਾਂ ਆਉਂਦੀਆਂ ਵੀ ਇਹ ਤਾਂ ਲੋਕਾਂ ਨੇ ਦੇਸ਼ ਨਾਲ ਗਦਾਰੀਆਂ ਕੀਤੀਆਂ ਸੀ, ਫਿਰ ਉਹਨਾਂ ਦਾ ਐਜੂਕੇਸ਼ਨ ਸਿਸਟਮ ਵਿਸ਼ਵਾਸ ਉੱਠ ਜਾਂਦਾ ਜੀ, ਜਿਨ੍ਹਾਂ ਨੂੰ ਹੀਰੋ ਬਣਾ ਕੇ ਉਹਨਾਂ ਕੋਲ ਪੇਸ਼ ਕੀਤਾ ਗਿਆ ਸੀ ਬਚਪਨ ਦੇ ਵਿੱਚ। ਸੋ ਦੂਸਰੇ ਪੱਖ ਤੋਂ ਲਾ ਲਈਏ ਪ੍ਰੋਫੈਸ਼ਨਲ ਪੱਖ ਤੋਂ, ਜਦੋਂ ਤੁਸੀਂ ਦੇਖੋ ਕੈਨੇਡਾ ਵਿੱਚ, ਅਮਰੀਕਾ ਵਿੱਚ ਜਾ ਕੇ ਬੱਚਿਆਂ ਨੂੰ 10ਵੀਂ ਜਾਂ +2 ਦੀ ਵਿੱਦਿਆ ਜਿਹੜੀ ਹੈ, ਉਹਦੇ ਤੋਂ ਬਾਅਦ ਇੱਕ ਉਹਨਾਂ ਨੂੰ, ਵੈਸੇ ਤਾਂ ਐਜੂਕੇਸ਼ਨ ਸਿਸਟਮ ਵੀ ਉਹਨਾਂ ਦਾ ਇੰਨਾ ਵਧੀਆ ਵਾ, ਮੈਨੂੰ ਮੌਕਾ ਮਿਲਿਆ ਕਿ 8 ਤਮਾਹੀਆਂ ਜਿਹਨੂੰ ਕਹਿ ਲੈਂਦੇ ਆ, 8 ਕੁਆਟਰ ਜਿਹੜੇ ਆ, ਉਹਦੇ ਵਿੱਚ ਇੱਕ ਕਿਤਾਬ ਉਹਨਾਂ ਨੂੰ ਦਿੱਤੀ ਗਈ ਆ, ਕਿਤਾਬ ਤੁਸੀਂ ਕਲੀਅਰ ਕਰ ਲਈ, ਗੱਲ ਖਤਮ। ਉਹਨਾਂ ਦੇ ਬੱਚਿਆਂ ਦੇ ਉੱਤੇ ਬਰਡਨ ਨਹੀਂ ਹੈਗਾ। ਫਿਰ ਉਹ ਕਿਤਾਬਾਂ ਵੀ ਜਿਹੜੀਆਂ ਵਾ ਉਹਨਾਂ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਆ, ਜਿਨ੍ਹਾਂ ਨੂੰ ਉਹ ਤੋਂ ਜੀਵਨ ਜਾਂਚ ਮਿਲਣੀ ਹੈ। ਉਹਦੇ ਵਿੱਚ ਰਲਾ ਕੋਈ ਨਹੀਂ ਹੈਗਾ, ਕੋਈ ਝੂਠ ਨਹੀਂ ਹੈਗਾ, ਕੁਛ ਨਹੀਂ ਹੈਗਾ। ਕੀ ਬਾਤ ਹੈ। ਸੈਕੰਡ, ਉਹਨਾਂ ਨੂੰ ਜਦੋਂ +2 ਉਹ ਕਰਦੇ ਆ ਤੇ ਉਹਨਾਂ ਨੂੰ ਇੱਕ ਸਪੈਸੀਫਿਕ ਕੋਰਸ ਹੈ, 6 ਮਹੀਨੇ ਦਾ, 3 ਮਹੀਨੇ ਦਾ, 9 ਮਹੀਨੇ ਦਾ, ਜਿਹੜਾ ਕਿ ਪ੍ਰੋਫੈਸ਼ਨਲ ਉਹਨਾਂ ਨੇ ਇੱਥੇ ਜੁੜ ਜਾਣਾ। ਹੁਣ ਸਾਡੇ ਕੋਲ ਤਾਂ ਇਹੋ ਜਿਹਾ ਢਾਂਚਾ ਹੀ ਕੋਈ ਨਹੀਂ। ਅਸੀਂ ਬੱਚੇ ਨੂੰ 10ਵੀਂ ਵੀ ਕਰ ਜਾਂਦੇ, ਉਹਦੇ ਪੱਲੇ ਕੁਛ ਨਹੀਂ, 12ਵੀਂ ਵੀ ਕਰ ਜਾਂਦੇ, ਉਹਦੇ ਪੱਲੇ ਕੁਛ ਨਹੀਂ, ਉਸ ਤੋਂ ਬਾਅਦ BA ਵੀ ਕਰ ਜਾਂਦੇ, ਉਹਦੇ ਪੱਲੇ ਕੁਛ ਨਹੀਂ। ਬੱਚਾ ਸਾਡਾ BA MA ਕਰਕੇ ਵੀ ਉਹ ਤੁਰਿਆ ਫਿਰਦਾ ਖੇਤਾਂ ਦੇ ਵਿੱਚ, ਉਹ ਪ੍ਰੋਫੈਸ਼ਨਲ ਇਜ਼ਮ ਉਹਦੇ ਪੱਲੇ ਹੀ ਕੱਖ ਨਹੀਂ ਹੈਗਾ। ਜੇ ਸਾਡੇ ਅੱਜ ਤੇ ਕੋਰਸ ਚੱਲ ਵੀ ਪਏ ਆ, ਚਾਹੇ ਉਹ BCA ਆਪਣੇ ਡਿਗਰੀਆਂ ਹੈ, BTech ਹੈ, MTech ਹੈ, ਉਹ ਵੀ ਇਸ ਤਰ੍ਹਾਂ ਦਾ ਘੜਿਆ ਗਿਆ ਆ ਕਿ BTech MTech ਵੀ ਧੱਕੇ ਖਾਂਦੇ ਫਿਰਦੇ, ਉਹਨਾਂ ਦੇ ਪੱਲੇ ਵੀ ਕੁਛ ਨਹੀਂ।
ਸੋ ਇਹ ਸਾਡਾ ਟੋਟਲੀ ਜਿਹੜਾ ਸਿਸਟਮ ਆ ਕਿਸੇ ਸਾਜ਼ਿਸ਼ ਅਧੀਨ ਜੀ ਜਾਂ ਅਣਜਾਣੇ 'ਚ ਕਹਿ ਲਓ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਸਾਡਾ ਯੂਥ ਅੱਜ ਜਿਹੜਾ ਸਾਰਾ ਹੀ ਕਨਵਰਟ ਹੋ ਗਿਆ, ਸਾਰਾ ਮਾਈਗ੍ਰੇਟ ਹੋ ਗਿਆ ਤੇ ਯੂਥ ਹੀ ਜਿਹੜਾ ਆ ਉਹ ਕਿਸੇ ਦੇਸ਼ ਦੀ, ਕਿਸੇ ਸਟੇਟ ਦੀ, ਕਿਸੇ ਕੌਮ ਦੀ ਜਿਹੜੀ ਆ ਉਹ ਰੀੜ ਹੁੰਦੀ ਆ। ਔਰ ਚਲੋ ਖੈਰ ਅਸੀਂ ਤਾਂ ਇਹ ਵੀ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਸਾਡਾ ਯੂਥ ਗਿਆ ਆ ਤੇ ਉਹ ਉੱਥੇ ਕਮਾਵੇ, ਪੜ੍ਹੇ ਲਿਖੇ ਅੱਗੇ ਪੜ੍ਹਨ। ਬੱਚਿਆਂ ਨੂੰ ਮੇਰੀ ਇਹੀ ਬੇਨਤੀ ਹੈ, ਜਿਹੜੇ ਬੱਚੇ ਇੱਥੋਂ ਪੜ੍ਹਨ ਦੇ ਨਾਂ 'ਤੇ ਗਏ ਉਹਨਾਂ ਨੂੰ ਉੱਥੇ ਹਾਇਰ ਐਜੂਕੇਸ਼ਨ ਲੈਣੀ ਚਾਹੀਦੀ ਹੈ, ਪੜ੍ਹਨਾ ਚਾਹੀਦਾ ਔਰ ਫਿਰ ਆਪਣੀ ਧਰਾਤਲ ਵੱਲ ਜਿਹੜੀ ਉਹ ਨਿਗਾਹ ਰੱਖਣੀ ਚਾਹੀਦੀ ਹੈ ਕਿ ਕਿਉਂਕਿ ਉਹਨਾਂ ਫਿਰ ਇੱਕ ਸਿਰਫ ਧਰਾਤਲ ਦੀ ਵੀ, ਪੰਜਾਬ ਦੀ ਵੀ ਵੱਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਮੁੜ ਕੇ ਫਿਰ ਇਸ ਧਰਾਤਲ ਨੂੰ ਇੱਕ ਹਰਿਆ ਭਰਿਆ ਕਰਨਾ। ਅੱਜ ਜਿਹੜੀ ਜਿੱਥੇ ਅਸੀਂ ਸਭ ਤੋਂ ਟੁੱਟ ਗਏ ਹਾਂ, ਚਾਹੇ ਪਵਨ ਗੁਰੂ ਪਾਣੀ ਪਿਤਾ ਦਾ ਕੀ ਹਾਲ ਹੈ, ਇਹ ਵੀ ਸਾਡੀ ਇੱਕ ਐਜੂਕੇਸ਼ਨ ਸਿਸਟਮ ਦੀ ਹੀ ਕਮਜ਼ੋਰੀ ਹੈ। ਅੱਜ ਸਾਡਾ ਪਾਣੀ ਗੰਧਲਾ ਹੋ ਗਿਆ, ਅੱਜ ਸਾਡੀ ਹਵਾ ਗੰਧਲੀ ਹੋ ਗਈ, ਅੱਜ ਸਾਡੇ ਕੈਂਸਰ ਨੇ ਜਿਹੜਾ ਘੇਰ ਲਿਆ ਪੰਜਾਬ ਨੂੰ, ਨਸ਼ਿਆਂ ਨੇ ਘੇਰ ਲਿਆ ਪੰਜਾਬ ਨੂੰ। ਸਾਡਾ ਯੂਥ ਕਦੇ ਵੀ ਨਸ਼ਾ ਨਾ ਕਰਦਾ ਜੇ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਸਹੀ ਹੁੰਦਾ। ਔਰ ਅਸੀਂ ਐਜੂਕੇਸ਼ਨ ਸਿਸਟਮ ਦੇ ਵਿੱਚ ਜੀ ਟੁੱਟਿਆ ਹੋਇਆ ਬੱਚਾ ਨਸ਼ਿਆਂ ਵਾਲੇ ਪਾਸੇ ਜਾਂਦਾ ਹੈ, ਨਸ਼ਿਆਂ ਵਾਲੇ ਪਾਸੇ ਜਿਹੜਾ ਟੁੱਟ ਚੁੱਕਾ ਹੁੰਦਾ ਹੈ ਉਹ ਨਸ਼ਿਆਂ ਵਾਲੇ ਪਾਸੇ ਜਾਂਦਾ ਹੈ। ਬਿਲਕੁਲ ਜੀ। ਔਰ ਜੇ ਅਸੀਂ ਮਹੂ ਜੀ ਅਸੀਂ ਫਾਰ ਐਗਜ਼ਾਮਪਲ ਸਾਡੇ ਬਚਪਨ ਦੇ ਵਿੱਚ ਇਹਨਾਂ ਨੇ ਸਾਨੂੰ ਐਜੂਕੇਸ਼ਨ ਸਿਸਟਮ ਨੇ ਬੱਚਿਆਂ ਨੂੰ ਸਾਡਿਆਂ ਨੂੰ ਗੁਰੂ ਨਾਲ ਜੋੜਿਆ ਹੁੰਦਾ। ਸਾਡੇ ਗੁਰੂਆਂ ਦੀਆਂ ਜੀਵਨੀਆਂ, ਸਾਡੇ ਸ਼ਹੀਦਾਂ ਦੀਆਂ ਜੀਵਨੀਆਂ 10ਵੀਂ ਤੱਕ ਵਿੱਚ ਹੁੰਦੀਆਂ, ਸਾਡਾ ਯੂਥ ਪੜ੍ਹਦਾ। ਮੈਂ ਕਹਿੰਦਾ ਜਿਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਪਾਂ ਬੈਠੇ ਹਾਂ, ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿਉਂਕਿ ਦਰਸ਼ਕੋ ਤੁਹਾਨੂੰ ਪਤਾ ਹੈ ਵੀ ਕੌਮ ਨੇ 550 ਸਾਲਾ ਮਨਾਇਆ। ਬੜੀ ਚੰਗੀ ਗੱਲ ਹੈ ਵੀ ਕੌਮ ਨੇ 550 ਸਾਲਾ ਮਨਾਇਆ। ਮੇਰਾ ਕਿਸੇ ਤੇ ਕੋਈ ਕਿੰਤੂ ਨਹੀਂ ਹੈ, ਪਰ ਉਹਦੇ ਵਿੱਚ ਮੈਂ 9 ਸੁਝਾਅ ਦਿੱਤੇ ਸੀ। ਹਾਂ ਵੱਖਰੀ ਗੱਲ ਹੈ ਮੇਰੇ ਕਿਸੇ ਨੇ ਸੁਝਾਅ ਨਹੀਂ ਸੁਣੇ ਕਿਉਂਕਿ ਮੇਰੀ ਆਪਣੀ ਵੀ ਹੋ ਸਕਦਾ ਵੀ ਇੰਨੀ ਉਹ ਕਾਬਲੀਅਤ ਨਾ ਹੋਵੇ। ਮੈਂ ਆਪਣੀ ਨਲਾਇਕੀ ਨੂੰ ਇੱਥੇ ਮੰਨਣ ਨੂੰ ਤਿਆਰ ਹਾਂ ਵੀ ਮੇਰੇ ਸੁਝਾਵਾਂ ਨੂੰ ਕਿਸੇ ਪਾਸੇ ਨਹੀਂ ਲਿਆ ਗਿਆ, ਪਰ ਬਕਾਇਦਾ ਔਨ ਰਿਕਾਰਡਡ ਉਹ ਚੀਜ਼ YouTube ਦੇ ਉੱਪਰ ਪਾਈ ਜਿਹਦੇ ਵਿੱਚ ਮੈਂ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਵੀ ਆਹ ਮੇਰੇ 9 ਸੁਝਾਅ ਨੇ। ਉਹਦਾ ਵੱਡੀਆਂ ਸੰਸਥਾਵਾਂ ਵੱਲੋਂ ਨਹੀਂ ਪਰ ਆਮ ਲੋਕਾਂ ਵੱਲੋਂ ਜਿਹੜਾ ਰਿਸਪੌਂਸ ਆਇਆ ਉਹ ਬੜਾ ਪੋਜ਼ਿਟਿਵ ਆਇਆ, ਜਿਹਦੇ ਵਿੱਚ ਅਸੀਂ ਇੱਕ ਸਾਜ਼ ਦੀ ਗੱਲ ਵੀ ਕੀਤੀ ਗਈ ਸੀ। ਪਰ ਮੈਂ ਇੱਥੇ ਥੋੜ੍ਹਾ ਜਿਹਾ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਚੱਲਦਾ ਵਾਂ। ਜਿਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀਰ ਜੀ ਆਪਾਂ ਹਾਂ, ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਹ ਕਿਸੇ ਵੇਲੇ ਵਪਾਰ ਦਾ ਵੀ ਕੇਂਦਰ ਸੀ, ਐਜੂਕੇਸ਼ਨ ਦਾ ਏਡਾ ਵੱਡਾ ਕੇਂਦਰ ਸੀ ਕਿ ਸਮੇਂ ਦਾ ਵਕਤ ਦਾ ਬਾਦਸ਼ਾਹ ਆਪਣੇ ਬੱਚੇ ਪੜਾਉਣ ਇੱਥੇ ਭੇਜ ਰਿਹਾ, ਇੱਥੇ ਭੇਜਦਾ ਹੈ ਨਾ, ਇੱਥੇ ਭੇਜਿਆ। ਫਿਰ ਜੇ ਇਹ ਗੱਲ ਕਰੀਏ ਇਹ ਮੁਗਲ ਕਾਲ ਦੇ ਨਾਲ ਜੁੜ ਜਾਂਦੀ ਹੈ। ਤੇ ਜੇ ਦੂਜੇ ਨੰਬਰ ਦੇ ਉੱਪਰ ਆਪਾਂ ਗੱਲਬਾਤ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਥੇ ਜਦੋਂ ਲੇਖਾ ਜੋਖਾ ਹੁੰਦਾ ਹੈ ਗੁਰਦੁਆਰਾ ਕੋਟਲੀ ਸਾਹਿਬ। ਬਿਲਕੁਲ। ਵੈਸੇ ਆਮ ਕਰਕੇ ਤੁਹਾਡੇ ਵੀ ਰਿਸ਼ਤੇਦਾਰ ਆਉਂਦੇ ਨੇ, ਗੁਰਦੁਆਰਾ ਬੇਰ ਸਾਹਿਬ ਜਾਣਾ ਜੀ, ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ, ਹੱਦ ਗੁਰਦੁਆਰਾ ਸੰਤ ਘਾਟ ਜਾਣਾ ਜੀ। ਆਪਾਂ ਕਈ ਵਾਰੀ ਸਾਰੇ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਔਰ ਖਾਸ ਕਰਕੇ ਗੁਰਦੁਆਰਾ ਕੋਟਲੀ ਸਾਹਿਬ ਤੇ ਬਹੁਤੇ ਜਾਂਦੇ ਹੀ ਨਹੀਂ ਜਾਂਦੇ। ਇੱਥੇ ਦਰਸ਼ਕੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ ਕਿਉਂਕਿ ਗੱਲ ਐਜੂਕੇਸ਼ਨ ਦੀ ਚੱਲਦੀ ਸੀ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਵਕਤ ਦਾ ਹਾਕਮ ਭਾਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਮਾਨਦਾਰੀ ਦਾ ਕਾਇਲ ਹੈ। ਦੇਖੋ ਵਕਤ ਦਾ ਹਾਕਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਮਾਨਦਾਰੀ ਦਾ ਕਾਇਲ ਹੈ, ਪਰ ਜਿਹੜੇ ਕਰਪਸ਼ਨ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਕਦੀ ਵੀ ਇਮਾਨਦਾਰ ਆਫੀਸਰ ਨਹੀਂ ਚਾਹੀਦਾ, ਉਹਨਾਂ ਨੂੰ ਇਮਾਨਦਾਰ ਲੀਡਰਸ਼ਿਪ ਨਹੀਂ ਚਾਹੀਦੀ, ਉਹਨਾਂ ਨੂੰ ਇਮਾਨਦਾਰ ਲੋਕ ਜਿਹੜੇ ਨੇ ਅਹੁਦਿਆਂ ਦੇ ਉੱਪਰ ਨਹੀਂ ਚਾਹੀਦੇ ਹੁੰਦੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਵੀ ਦੁਕਾਨਦਾਰੀ ਬੰਦ ਹੁੰਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੰਮ ਤੇ ਕਿੰਤੂ ਹੁੰਦਾ ਤੇ ਗੱਲ ਲਿਖੇ ਦੀ ਚੱਲਦੀ ਹੈ। ਅੱਜ ਅਸੀਂ CA ਕਹਿ ਦਿੰਦੇ ਹਾਂ, ਚਾਰਟਰਡ ਅਕਾਊਂਟੈਂਟ ਕਹਿ ਦਿੰਦੇ ਹਾਂ, ਉਸ ਵੇਲੇ ਮੀਰ ਮੁਨਸ਼ੀ ਕਿਹਾ ਜਾਂਦਾ ਹੁੰਦਾ ਸੀ। ਉਸ ਵਕਤ ਦਾ ਮੀਰ ਮੁਨਸ਼ੀ ਇਸ ਗੱਲ ਦਾ ਦਾਅਵਾ ਕਰਦਾ ਹੈ, ਕਹਿੰਦਾ ਵੀ ਜੇ ਮੈਂ ਲੇਖੇ ਜੋਖੇ ਕਰਨ ਬੈਠ ਗਿਆ ਨਾ, ਜੇ ਮੈਂ ਆਡਿਟ 'ਤੇ ਬੈਠ ਗਿਆ ਨਾ ਤੇ ਮੈਂ ਦਾਅਵੇ ਨਾਲ ਕਹਿਣਾ ਵਾਂ ਮੈਂ ਇਸ ਕਿਸਮ ਦੀਆਂ ਘੁੰਡੀਆਂ ਕੱਢ ਕੇ ਅੱਗੇ ਰੱਖ ਦਿਆਂਗਾ ਵੀ ਉਸ ਤੋਂ ਬਾਅਦ ਗੁਰੂ ਨਾਨਕ ਮੋਦੀਖਾਨੇ ਨਹੀਂ ਕਦੀ ਬਹਿ ਸਕਦੇ। ਜਦੋਂ ਇੰਨੀ ਗੱਲ ਕੀਤੀ ਹੈ ਲੇਖਾ ਜੋਖਾ ਹੁੰਦਾ ਹੈ ਤੇ ਲੇਖਾ ਜੋਖਾ ਕੁਝ ਇਸ ਕਿਸਮ ਦਾ ਹੁੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ ਵੀ ਕਿਤੇ ਐਸਾ ਨਾ ਹੋਵੇ ਵੀ ਲੇਖੇ ਜੋਖੇ ਦੀ ਘਬਰਾਹਟ ਤੋਂ ਬਾਅਦ ਕਿਤੇ ਦੌੜ ਨਾ ਜਾਣ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ। ਗੁਰਦੁਆਰਾ ਕੋਟਲੀ ਸਾਹਿਬ ਅੱਜ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਤੇ ਜਦੋਂ 3 ਦਿਨ ਦੇ ਲੇਖੇ ਜੋਖੇ ਬਾਅਦ ਸਾਰਾ ਕੁਝ ਬੜਾ ਕਲੀਅਰ ਨਿਕਲਦਾ ਹੈ, ਸਗੋਂ ਵਾਧੇ ਪੈਂਦੇ ਨੇ। ਤੇ ਮੈਨੂੰ ਕਈ ਵਾਰੀ ਇਹ ਗੱਲ ਆਖਣ ਦੇ ਵਿੱਚ ਕੋਈ ਝਿਜਕ ਨਹੀਂ ਆਉਂਦੀ ਕਿ ਮੇਰੇ ਗੁਰੂ ਨਾਨਕ ਆਪਣੇ ਵਕਤ ਦੇ ਬੈਸਟ ਅਕਾਊਂਟੈਂਟ ਵੀ ਸਨ।
ਇੱਥੋਂ ਮੈਨੂੰ ਇਸ ਚੀਜ਼ ਦਾ ਅੰਦਾਜ਼ਾ ਮਿਲਦਾ ਹੈ ਵੀ ਗੁਰੂ ਨਾਨਕ ਨੇ ਸਾਨੂੰ ਦੱਸਿਆ ਵੀ ਸਾਡਾ ਐਜੂਕੇਸ਼ਨ ਦਾ ਮਿਆਰ ਕੀ ਚਾਹੀਦਾ ਹੈ। ਐਜੂਕੇਸ਼ਨ ਸੀ ਵੀ ਜੇ ਵਕਤ ਦਾ ਮੀਰ ਮੁਰਸ਼ੀ ਵੀ ਤੁਹਾਡੇ ਬਰੋਬਰ ਦੇ ਉੱਪਰ ਬੈਠ ਜਾਵੇ ਤੇ ਤੁਹਾਡੀ ਇਮਾਨਦਾਰੀ ਕਾਗਜ਼ਾਂ ਵਿੱਚੋਂ ਵੀ ਝਲਕੇ। ਇਹ ਸਾਰੀਆਂ ਚੀਜ਼ਾਂ ਸੀ, ਅੱਜ ਸਾਡੇ ਵਿੱਚੋਂ ਇਹ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੀਆਂ ਨੇ। ਜੇ ਅਸੀਂ ਗੱਲ ਕਰੀਏ ਸੱਜਣ ਠੱਗ ਦੀ, ਹੁਣ ਸਾਖੀ ਸਾਰੇ ਸੁਣਾਈ ਤੁਰੇ ਜਾਂਦੇ ਨੇ। ਮੈਂ ਕਹਿੰਦਾ ਵੀ ਇਹਨੂੰ ਇਸ ਰੂਪ ਦੇ ਵਿੱਚ ਲਓ ਵੀ ਕਾਉਂਸਲਿੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕੈਸੀ ਸੀ, ਵੀ ਕਾਉਂਸਲਿੰਗ ਤੋਂ ਪਹਿਲਾਂ ਬੰਦਾ ਠੱਗ ਹੈ ਤੇ ਕਾਉਂਸਲਿੰਗ ਤੋਂ ਬਾਅਦ ਉਹੀ ਬੰਦਾ ਕਹਿੰਦਾ ਵੀ ਬਾਬਾ ਮੈਂ ਤੇਰੇ ਘਰ ਦਾ ਪ੍ਰਚਾਰਕ ਹਾਂ। ਮੈਂ ਤੇ ਸਰਦਾਰ ਸਵਰਨ ਸਿੰਘ ਜੀ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ, ਮੈਂ ਕਹਿੰਦਾ ਮੇਰੇ ਵਰਗਿਆਂ ਤੇ ਲਾਓ, ਮੈਂ ਕਿਸੇ ਭਾਈ ਪ੍ਰਚਾਰਕ ਤੇ ਕਿੰਤੂ ਪਰੰਤੂ ਨਹੀਂ ਕਰਦਾ। ਉਦੋਂ ਠੱਗ ਪ੍ਰਚਾਰਕ ਬਣ ਗਏ, ਅੱਜ ਦਾ ਪ੍ਰਚਾਰਕ ਠੱਗ ਬਣਦਾ ਜਾ ਰਿਹਾ ਹੈ। ਹਕੀਕਤ ਇਹ ਹੈ। ਦੇਖੋ ਗੁਰੂ ਨਾਨਕ ਦੀ ਤੁਸੀਂ ਗੱਲ ਸੱਜਣ ਠੱਗ ਦੀ ਛੇੜੀ ਹੈ। ਗੁਰੂ ਨਾਨਕ ਪਾਤਸ਼ਾਹ ਮੈਨੂੰ ਬੜੀ ਪਿਆਰੀ ਗੱਲ ਲੱਗਦੀ, ਕਿਉਂਕਿ ਮੈਂ ਤਾਂ ਹੀ ਇਹ ਤੁਹਾਨੂੰ ਟੋਕ ਕੇ ਵਿੱਚੋਂ ਗੱਲ ਦੱਸਣੀ ਜ਼ਰੂਰੀ ਸਮਝੀ। ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਉਹ ਉਡੀਕ ਕਰ ਰਿਹਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਸੌਂ ਜਾਣ ਤੇ ਮੈਂ ਇਹਨਾਂ ਨੂੰ ਜੋ ਉਹਦਾ ਕਰਮ ਸੀਗਾ ਲੁੱਟਾਂਗਾ ਕੁੱਟਾਂਗਾ ਮਾਰਾਂਗਾ, ਤਾਂ ਗੁਰੂ ਨਾਨਕ ਪਾਤਸ਼ਾਹ ਜਾਣੀ ਜਾਣ ਸਤਿਗੁਰੂ ਦੇਖ ਰਹੇ ਆ ਤੇ ਮਰਦਾਨੇ ਨੂੰ ਕਿਹਾ, ਮਰਦਾਨਿਆਂ ਛੇੜ ਰਬਾਬ ਸ਼ਬਦ ਪੜ੍ਹਿਆ ਆ ਤੇ ਉਹ ਸ਼ਬਦ ਸੁਣ ਕੇ ਤੇ ਉਹ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਣਾ ਜੀ। ਹਾਂਜੀ, ਵੀ ਸੱਜਣ ਤੇਰੇ ਵਰਗੇ ਨਹੀਂ ਹੁੰਦੇ ਜਿਹੜੇ ਲੋਕਾਂ ਨੂੰ ਲੁੱਟ ਪੁੱਟ ਲੈਣ। ਸੱਜਣ ਤਾਂ ਉਹ ਹੁੰਦੇ ਆ ਜਿਹੜੇ ਧੁਰ ਦਰਗਾਹ ਤੱਕ ਨਾਲ ਚੱਲਣ। ਤੇ ਇੱਕ ਸ਼ਬਦ ਦੀ ਜਿਹੜੀ ਚੋਟ ਸੀਗੀ, ਹਾਂਜੀ, ਜਿਵੇਂ ਕਬੀਰ ਜੀ ਕਹਿੰਦੇ ਚੋਟ ਸਹਾਰੇ ਸ਼ਬਦੀ ਤਾਸ ਗੁਰੂ ਮੈਂ ਦਾਸ। ਹਾਂਜੀ, ਸ਼ਬਦ ਦੀ ਚੋਟ ਜਿਹੜੀ ਸੀ ਉਹਦੇ ਨਾਲ ਹੀ ਉਹ ਵਿੰਨਿਆ ਗਿਆ ਤੇ ਉਹ ਸਿੱਖੀ ਦਾ ਪ੍ਰਚਾਰਕ ਬਣ ਗਿਆ। ਇੱਥੋਂ ਆਪਾਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੇ ਵਿੱਚੋਂ ਐਜੂਕੇਸ਼ਨ ਦੀਆਂ ਬੜੀਆਂ ਜ਼ਬਰਦਸਤ ਐਗਜ਼ਾਮਪਲ ਮਿਲਦੀਆਂ ਨੇ ਵੀ ਕਿਹੜੇ ਬੰਦੇ ਨੂੰ ਕੀ, ਜੇ ਦੁਨੀ ਚੰਦ ਵਰਗੇ ਨੂੰ ਸੂਈ ਦਿੱਤੀ ਹੈ ਤੇ ਗੁਰੂ ਨਾਨਕ ਦਾ ਆਪਣਾ ਵੀ ਗੱਲ ਤੇ ਸੁਧਾਰ ਦੀ ਗੱਲ ਸੂਈ ਦੀ ਨਹੀਂ ਹੈ, ਸੂਈ ਦੀ ਨਹੀਂ ਹੈ, ਇੱਕ ਚੋਬ ਹੈ ਸੂਈ ਦੇ ਦੁਆਰਾ ਜਿਹੜੀ ਮਾਰੀ ਗਈ ਹੈ। ਇਹ ਸੱਜਣ ਵਰਗਾ ਨਾਮ ਸੱਜਣ ਹੈ ਤੇ ਕੰਮ ਠੱਗਾਂ ਵਾਲੇ ਨੇ ਤੇ ਬੜੇ ਪਿਆਰ ਦੇ ਨਾਲ ਕਹਿ ਦਿੱਤਾ ਵੀ ਉਹ ਤੇ ਭਾਂਡੇ ਕਹਿਣ ਵਾਲੀ ਗੱਲ ਹੋ ਗਈ। ਉੱਜਲ ਕਹਿਆ ਚਿਲਕਣਾ ਕੋਟੇ ਮਕਾਰਣੀ ਬਸ ਧੋਤਿਆਂ ਝੂਠ ਨਾ ਉਤਰੇ ਜੇ ਸੌ ਧੋਮਾ ਤਿਸ। ਹੁਣ ਦੇਖੋ ਜਿਵੇਂ ਇੱਕ ਟੀਚਰ ਬੱਚੇ ਨੂੰ ਦੇਖਦਾ ਵੀ ਆਹ ਬੱਚੇ ਦੇ ਸੁਭਾਅ ਵਿੱਚ ਆ ਹੈ, ਇਹਨੂੰ ਇਸ ਤਰੀਕੇ ਨਾਲ ਦੱਸਿਆ ਜਾਵੇ, ਇਹਦੇ ਸੁਭਾਅ ਵਿੱਚ ਆ ਇਹਨੂੰ ਇਸ ਤਰੀਕੇ ਨਾਲ ਦੱਸਿਆ ਜਾਵੇ। ਸਾਨੂੰ ਐਜੂਕੇਸ਼ਨ ਦੀਆਂ ਬੜੀਆਂ ਐਗਜ਼ਾਮਪਲਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਹਿਸਟਰੀ ਵਿੱਚੋਂ ਮਿਲਦੀਆਂ ਨੇ। ਅੱਜ ਸਾਡੀ ਐਸੀ ਕਾਉਂਸਲਿੰਗ ਹੋਵੇ, ਅੱਜ ਸਕੂਲ ਦੇ ਵਿੱਚ ਇਹੋ ਜਿਹੀ ਕਾਉਂਸਲਿੰਗ ਕਰਵਾਈ ਜਾਵੇ ਬੱਚਿਆਂ ਨੂੰ ਕਿ ਹਰ ਬੱਚਾ ਬਾਹਰ ਨਿਕਲੇ ਤੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰਕ ਹੋਵੇ। ਦੇਖੋ ਉੱਥੇ ਮਹੂ ਜੀ ਇੱਕ ਤਾਂ ਸਾਡੇ ਪ੍ਰੋਬਲਮ ਕਿੱਥੇ ਹੈ, ਪ੍ਰੋਬਲਮ ਇਹ ਆ ਕਿ ਇੱਕ ਤਾਂ ਸਾਡੇ ਕੋਲ ਪੰਜਾਬ ਬੋਰਡ ਲਾ ਲਓ, ਪੰਜਾਬ ਸਕੂਲ ਸਿੱਖਿਆ ਬੋਰਡ, CBSE ਜਾਂ ICSE, ਉਹਨਾਂ ਨੇ ਆਪਣੇ ਸਿਲੇਬਸ ਹੀ ਇੱਕ ਨਿਰਧਾਰਤ ਆ ਕਿ ਸਕੂਲ ਉਹਦੇ ਤੋਂ ਲਾਂਭੇ ਜਾ ਨਹੀਂ ਸਕਦਾ। ਉਸ ਤੋਂ ਅੱਗੇ ਸਾਡੇ ਕੋਲ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਸਕੂਲ ਤਾਂ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੋਲ੍ਹੇ ਖਾਲਸਾ ਸਕੂਲਾਂ ਦੇ ਨਾਂ ਤੇ ਜਾਂ ਕੁਝ ਵੀ ਅਦਾਰਿਆਂ ਦੇ ਨਾਂ ਦੇ ਉੱਤੇ, ਚਾਹੇ ਚੀਫ ਖਾਲਸਾ ਦੀਵਾਨ ਨੇ ਖੋਲ੍ਹੇ, ਆਖਰ ਨੂੰ ਉਹ ਜਿਹੜੇ ਆ ਅਫੀਲੀਏਟਡ ਹੈਗੇ ਆ CBSE ਨਾਲ ਜਾਂ ਪੰਜਾਬ ਬੋਰਡ ਨਾਲ ਜਾਂ ICSE ਨਾਲ, ਉਹਨਾਂ ਦੇ ਸਿਲੇਬਸ ਇੰਨੇ ਭਾਰੇ ਆ ਕਿ ਉਹਨਾਂ ਨੂੰ ਹੀ ਮੁਕੰਮਲ ਨਹੀਂ ਕਰ ਹੁੰਦਾ ਸਾਲ ਦੇ ਵਿੱਚ। ਹਾਂਜੀ, ਇਸ ਕਰਕੇ ਤੀਸਰੀ ਗੱਲ ਫੇਰ ਵੀ ਕੁਝ ਕੀਤਾ ਜਾ ਸਕਦਾ ਸੀ ਜੇਕਰ ਸਾਡੀ ਲੀਡਰਸ਼ਿਪ ਜਿਹੜੀ ਸੀ ਉਹ ਇਮਾਨਦਾਰ ਹੁੰਦੀ, ਉਹ ਆਪਣੇ ਵੱਲੋਂ ਕੁਝ ਨਾ ਕੁਝ, ਜੇਕਰ ਅਸੀਂ ਉਦਾਹਰਨ ਦੇ ਤੌਰ ਦੇ ਉੱਤੇ ਸਿੱਖ ਬੱਚੇ ਜਾਂ ਅੰਮ੍ਰਿਤਧਾਰੀ ਬੱਚੇ ਜਾਂ ਕੁਝ ਵੀ ਕਿਸੇ ਵੀ ਤਰੀਕੇ ਨਾਲ ਕੋਈ ਵੀ ਅਸੀਂ ਕ੍ਰਾਈਟੇਰੀਆ ਨਿਸ਼ਚਿਤ ਕਰ ਲੈਂਦੇ ਕਿ ਇਹ ਬੱਚੇ ਜਿਹੜੇ ਐਡਮਿਸ਼ਨ ਲੈਣਗੇ ਤੇ ਇਹਨਾਂ ਵਾਸਤੇ ਇਹ ਜ਼ਰੂਰੀ ਹੋਏਗਾ ਕਿ ਜੇ ਅਸੀਂ ਫੀਸ ਘੱਟ ਲੈਣੀ ਆ ਜਾਂ ਅਸੀਂ ਫੀਸ ਨਹੀਂ ਲੈਣੀ ਆ, ਕਿਉਂਕਿ ਸ਼੍ਰੋਮਣੀ ਕਮੇਟੀ ਕੋਲ ਵਿਦਿਅਕ ਫੰਡ ਆ ਬਹੁਤ ਵੱਡਾ, ਤੇ ਅਸੀਂ ਉਹਨਾਂ ਬੱਚਿਆਂ ਦੀ ਇੱਕ ਸਿਲੇਬਸ ਨਾਲ ਦੀ ਨਾਲ ਇੱਕ ਥੋੜਾ ਬਹੁਤ ਕੋਈ ਨਾ ਕੋਈ ਜਿਹੜਾ ਸੀ ਉਹ ਜਿਹੜੀ ਕਹਿ ਸਕਦੇ ਨੈਤਿਕ ਵਿਦਿਆ ਜਾਂ ਧਾਰਮਿਕ ਵਿਦਿਆ ਜਾਂ ਪ੍ਰੋਫੈਸ਼ਨਲ ਵਿਦਿਆ ਕੁਛ ਨਾ ਕੁਛ ਇੱਕ ਛੋਟੀ ਕਿਤਾਬ ਬਣਾ ਕੇ ਇੱਕ ਨਾਲ ਉਹਦੇ ਅਟੈਚ ਕਰ ਲੈਂਦੇ ਵੀ ਇਹ ਵਾਧੂ ਨਾਲ ਤੁਹਾਨੂੰ ਪਾਸ ਕਰਨੀ ਪਏਗੀ। ਉਹ ਵੀ ਸਾਡੀ ਜ਼ਿੰਮੇਵਾਰੀ ਜਿਹੜੀ ਸੀ ਸਾਡੀ ਲੀਡਰਸ਼ਿਪ ਨੇ ਨਹੀਂ ਨਿਭਾਈ। ਜਿੱਥੇ ਸਰਕਾਰਾਂ ਬੇਈਮਾਨ ਸੀ ਉੱਥੇ ਸਾਡੀ ਲੀਡਰਸ਼ਿਪ ਵੀ। PSEB ICSE ਜਿਵੇਂ ਇਹ ਬੋਰਡ ਦੀ ਆਪਾਂ ਗੱਲਬਾਤ ਕੀਤੀ ਹੈ, ਹਾਂਜੀ, ਬੱਚਿਆਂ ਦਾ ਸਿਲੇਬਸ ਹੁੰਦਾ ਹੈ ਕਿ ਇਹ ਸਿਲੇਬਸ ਤੋਂ ਅਲੱਗ, ਜਿਵੇਂ ਤੁਹਾਡਾ ਆਪਣਾ ਸਕੂਲ ਹੈ, ਤੁਸੀਂ ਬੱਚਿਆਂ ਨੂੰ ਕੁਝ ਨੈਤਿਕਤਾ ਬਾਰੇ ਕੁਝ ਪੜਾਉਣ ਦਾ ਹੱਕ ਰੱਖਦੇ ਹੋ ਕਿ ਇਸ ਤਰੀਕੇ ਦੀ ਕੋਈ ਪਾਬੰਦੀ ਹੁੰਦੀ ਹੈ? ਇਹ ਨਹੀਂ, ਵੇਖੋ ਵੈਸੇ ਤਾਂ ਇਹਦੇ 'ਚ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਜਾਂ ਪੰਜਾਬ ਬੋਰਡ ਦਾ ਜਿਹੜਾ ਆ ਉਹ ਚੁੱਪ ਹੈ, ਇਹਦੇ ਵਿੱਚ ਕੁਝ ਪੜਾਉਣ ਜਾਂ ਨਾ ਪੜਾਉਣ ਬਾਰੇ ਨਹੀਂ। ਇਸ ਕਰਕੇ ਅਸੀਂ ਆਪਣੇ ਤੌਰ ਦੇ ਉੱਤੇ ਕੁਛ ਨਾ ਕੁਛ ਉਹਦੇ ਵਿੱਚ ਐਡ ਕਰ ਸਕਦੇ ਹਾਂ। ਜਿਵੇਂ ਕਿ ਮੇਰਾ ਦਸ਼ਮੇਸ਼ ਅਕੈਡਮੀ ਸਕੂਲ ਦੇ ਵਿੱਚ ਅਸੀਂ ਜਿਹੜਾ ਆ ਧਾਰਮਿਕ ਵਿਦਿਆ ਔਰ ਨੈਤਿਕ ਵਿਦਿਆ ਦੀਆਂ ਅਸੀਂ ਬੁੱਕਸ ਜਿਹੜੀਆਂ ਵਾ ਲਾਈਆਂ ਹੋਈਆਂ ਵਾ। ਅਸੀਂ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੇ ਹਾਂ ਔਰ ਇਹ ਮਾਣ ਵਾਲੀ ਗੱਲ ਆ
ਕਿ ਸਾਡੇ ਸਕੂਲ ਦੇ ਬੱਚੇ ਬੇਸ਼ੱਕ ਸਾਡੇ ਕੋਲ ਹੋਰ ਕੋਈ ਇਹੋ ਜਿਹਾ ਢਾਂਚਾ ਨਹੀਂ, ਸ਼੍ਰੋਮਣੀ ਕਮੇਟੀ ਵੱਲੋਂ ਇੱਕ ਧਾਰਮਿਕ ਇਮਤਿਹਾਨ ਹੁੰਦਾ ਆ, ਪ੍ਰੀਖਿਆ ਹੁੰਦੀ ਹੈ, ਇੱਕ ਸਿੱਖ ਮਿਸ਼ਨਰੀ ਕਾਲਜ ਵੱਲੋਂ ਪ੍ਰੀਖਿਆ ਵੀ ਹੁੰਦੀ ਹੈ। ਅਸੀਂ ਕਿਉਂਕਿ ਹੈ ਹੀ ਇਹ ਦੋ ਹੀ ਪ੍ਰੀਖਿਆਵਾਂ, ਦੋ ਤਰ੍ਹਾਂ ਦੀਆਂ ਪ੍ਰੀਖਿਆਵਾਂ ਹੀ ਇਹ ਲਈਆਂ ਜਾ ਰਹੀਆਂ ਪੰਜਾਬ ਦੇ ਵਿੱਚ, ਉਹਨਾਂ ਵਿੱਚ ਸਾਡੇ ਬੱਚੇ ਜਾਂਦੇ ਆ। ਔਰ ਮਾਣ ਵਾਲੀ ਗੱਲ ਆ ਕਿ ਸਾਡੇ ਸਕੂਲ ਦੇ ਬੱਚੇ ਪੰਜਾਬ ਦੇ ਵਿੱਚੋਂ ਫਸਟ ਪੋਜੀਸ਼ਨਾਂ ਲੈਂਦੇ ਰਹੇ ਲਗਾਤਾਰ। ਅੱਛਾ ਜੀ। ਔਰ ਸਾਡੇ ਮਤਲਬ ਜਿਹੜੀ ਨਾਲ ਤਿਆਰੀ ਹੋਈ ਹੈ ਹਾਂਜੀ ਉਹਦੇ ਫਾਇਦੇ ਹੋਏ ਹੋਏ ਆ ਜੀ। ਬਿਲਕੁਲ। ਸਾਡੇ ਸਕੂਲ ਦੀ ਅਮਨੀਤ ਕੌਰ 3 ਸਾਲ ਰੈਗੂਲਰ ਜਿਹੜੀ ਹੈ ਉਹ ਸਟੇਟ ਵਿੱਚੋਂ ਫਸਟ ਆਉਂਦੀ ਰਹੀ ਹੈ। ਹੁਣ ਵੀ ਸਾਡੇ ਸਕੂਲ ਦੀਆਂ ਜਦੋਂ ਵੀ ਰਿਜ਼ਲਟ ਆਉਂਦੇ ਆ ਤਾਂ ਪੋਜੀਸ਼ਨਾਂ ਜਿਹੜੀਆਂ ਆ, ਮੈਰਿਟਸ ਜਿਹੜੀਆਂ ਆ, ਤਕਰੀਬਨ ਪੰਜਾਬ ਵਿੱਚੋਂ ਪਹਿਲੇ ਦੂਜੇ ਤੇ ਸਥਾਨ ਤੇ ਹੁੰਦੀਆਂ। ਲੰਮੇ ਸਮੇਂ ਤੋਂ ਸਕੂਲ ਚਲਾ ਕੇ ਤਜਰਬੇ ਵੀ ਬੜੇ ਇਕੱਠੇ ਹੋ ਗਏ ਹੋਣੇ ਨੇ, ਵਿਚਰਨ ਦੇ ਬੱਚਿਆਂ ਦੇ ਵਿਚਰ ਕੇ ਬੱਚੇ ਦੀ ਮਾਨਸਿਕਤਾ ਪੜ੍ਹੀ ਜਾਣੀ, ਬੱਚਿਆਂ ਦੇ ਚਿਹਰੇ ਪੜ੍ਹੇ ਜਾਣੇ। ਤੁਹਾਨੂੰ ਕੀ ਲੱਗਦਾ ਪਿਆ ਵੀ ਇਹ ਜਿਹੜੇ ਗੁਲਾਬ ਨੇ ਇਹ ਕਿਵੇਂ ਸਾਂਭੇ ਜਾ ਸਕਦੇ ਨੇ? ਦੇਖੋ, ਕਿਉਂਕਿ ਹੁਣ +2 ਕਰਕੇ ਇੱਥੇ ਬੱਚੇ ਨਹੀਂ ਰਹਿ ਰਹੇ ਜੀ। +2 ਤਾਂ 10ਵੀਂ ਤੋਂ ਬੱਚੇ ਪੁੱਛਣ ਲੱਗ ਜਾਂਦੇ ਆ ਕਿ ਮੈਂ ਆਈਲੈਟਸ ਕਿੱਥੋਂ ਕਰਨੀ ਹੈ ਜੀ, ਕਿਹੜੇ ਸੈਂਟਰ ਤੋਂ ਕਰਾਂ। ਤੇ ਹਰੇਕ ਨੂੰ ਤੁਸੀਂ 100 ਬੱਚੇ ਨੂੰ ਪੁੱਛ ਕੇ ਦੇਖੋ। ਮੇਰੇ ਸਕੂਲ ਦੇ 123 ਬੱਚੇ ਜਿਹੜੇ ਲਾਸਟ ਈਅਰ ਉਹਨਾਂ ਨੇ +2 ਕੀਤੀ ਜੀ, ਉਹਦੇ ਵਿੱਚੋਂ ਮੇਰੀ ਗਿਣਤੀ ਮੁਤਾਬਕ, ਕਿਉਂਕਿ ਹਰ ਬੱਚਾ ਸਾਡੇ ਕੋਲ ਜਦੋਂ ਉਹਦਾ ਵੀਜ਼ਾ ਲੱਗ ਜਾਂਦਾ ਤਾਂ ਬੜੇ ਚਾਅ ਨਾਲ ਦੱਸਣ ਆਉਂਦਾ, 116 ਬੱਚੇ ਕੈਨੇਡਾ ਜਾ ਚੁੱਕੇ ਆ। ਬੱਲੇ 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 ਬੱਲੇ, ਕੀ ਬਚਿਆ ਪਿੱਛੇ? ਸੋ ਇਹ ਜਿਹੜੀ ਪਰ ਜਿਹੜੇ ਮਗਰ 116 ਰਹਿ ਗਏ, ਜਿਹੜੇ 7 ਰਹਿ ਗਏ ਨਾ ਮਗਰ, ਉਹ ਵੀ ਤਿਆਰੀ ਦੇ ਵਿੱਚ ਤੇ ਹੋਣਗੇ। ਉਹ ਇਹ ਨਹੀਂ ਹੈ ਕਿਤੇ ਕੋਈ ਉਹ ਇਹ ਨਹੀਂ ਹੈ ਕਿ ਉਹਨਾਂ ਜਾਣਾ ਨਹੀਂ ਹੈ, ਸਿਰਫ ਇਹ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ, ਕਿਸੇ ਦਾ ਮੈਡੀਕਲ ਕਲੀਅਰ ਨਹੀਂ ਹੋਇਆ, ਕਿਸੇ ਦਾ ਵੀਜ਼ਾ ਨਹੀਂ ਲੱਗਾ, ਮਾਰਕਸ ਥੋੜੇ ਘੱਟ ਹੋਣਗੇ ਜੀ। ਲੇਕਿਨ ਉਹ ਤਿਆਰੀ 'ਚ ਆ, ਉਡਾਨ ਭਰਨ ਲਈ ਤਿਆਰ ਆ। ਬਿਲਕੁਲ। ਇਹ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਪੰਜਾਬ ਦਾ ਯੂਥ ਜਿਹੜਾ ਲਗਾਤਾਰ ਬਾਹਰ ਜਾਣਾ? ਦੇਖੋ, ਚਿੰਤਾ ਤਾਂ ਹੈ ਹੀ। ਜਦੋਂ ਅਸੀਂ ਆਪਣੀ ਧਰਾਤਲ ਨਾਲੋਂ ਟੁੱਟ ਗਏ, ਸਾਡਾ ਯੂਥ ਹੀ ਇੱਥੇ ਨਹੀਂ ਰਿਹਾ, ਅਸੀਂ ਕਿਸੇ ਵੀ ਪੰਨੇ ਜੋਗੇ, ਸਾਡਾ ਬਜ਼ੁਰਗ ਸਾਡੇ ਜਿਹੜੇ ਆ ਉਹ ਰੋਲ ਰਹੇ ਆ। ਹਰ ਘਰ ਤੁਸੀਂ ਵੱਡੀਆਂ ਵੱਡੀਆਂ ਕੋਠੀਆਂ 'ਚ ਜਾ ਕੇ ਦੇਖੋ, 2 ਬੱਚੇ ਕਿਸੇ ਦੇ ਬਿਰਧ ਆਸ਼ਰਮ ਬਣ ਗਿਆ, ਘਰ ਬਿਰਧ ਆਸ਼ਰਮ ਬਣ ਗਿਆ, ਬਜ਼ੁਰਗ ਘਰਾਂ 'ਚ ਰਹਿ ਗਏ ਆ। ਤੇ ਨੌਜਵਾਨ ਜਿਹੜੇ ਉਹ ਕੈਨੇਡਾ ਬੈਠੇ ਆ, ਬਸ ਵੀਡੀਓ ਕਾਲ ਲਾ ਕੇ ਅੱਖਾਂ ਭਰ ਲੈਂਦੇ ਆ ਮਾਪੇ। ਔਰ ਇਹ ਦੁਖਾਂਤ ਆ ਸਾਡੇ ਪੰਜਾਬ ਦਾ। ਉਹਦਾ ਇਹਦਾ ਕਾਰਨ ਸਿਰਫ ਇਹ ਆ ਕਿ ਸਾਡੇ ਦੇਸ਼ ਦੇ ਹਾਕਮਾਂ ਨੇ, ਸਾਡੇ ਸਟੇਟ ਦੇ ਹਾਕਮਾਂ ਨੇ ਭਵਿੱਖ ਬਾਰੇ ਸੋਚਿਆ ਹੀ ਨਹੀਂ, ਸਿਰਫ ਆਪਣੇ ਘਰਾਂ ਦੇ ਇਹਨਾਂ ਨੇ ਰੱਖਿਆ ਵੀ ਜੋ ਵੀ ਐਜੂਕੇਸ਼ਨ, ਕਿਉਂਕਿ ਸਾਨੂੰ ਸਟੇਟ ਨੂੰ ਆਪਣੀ ਐਜੂਕੇਸ਼ਨ ਪਾਲਿਸੀ ਇੱਕ ਘੜਨੀ ਚਾਹੀਦੀ ਸੀ ਜਿਹੜੀ ਕਿ ਸਾਡੀ ਧਰਾਤਲ ਦੇ ਅਨੁਕੂਲ ਹੁੰਦੀ, ਜਿਹਦੇ ਵਿੱਚ ਸਾਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਔਰ ਬੱਚਿਆਂ ਨੂੰ ਪ੍ਰੋਫੈਸ਼ਨਲ ਤੌਰ ਦੇ ਉੱਤੇ ਤਿਆਰ ਕੀਤਾ ਜਾਂਦਾ। ਜੇ ਸਾਡੇ ਬੱਚਿਆਂ ਨੂੰ ਉੱਥੋਂ ਵਾਲੇ ਵੇਤਨ ਮਿਲਣ, ਜੇ ਸਾਡੇ ਬੱਚਿਆਂ ਨੂੰ ਉੱਥੋਂ ਵਾਲੀਆਂ ਸੁੱਖ ਸਹੂਲਤਾਂ ਮਿਲਣ ਜਿਹੜੀਆਂ ਕਿ ਇੱਥੇ ਹੈ ਹੀ ਨਹੀਂ, ਜੇ ਸਾਡੇ ਬੱਚਿਆਂ ਨੂੰ ਉੱਥੋਂ ਵਾਲੀ ਸੋਸ਼ਲ ਸਿਕਿਉਰਿਟੀ ਸੁਰੱਖਿਆ ਮਿਲੇ, ਇੱਥੇ ਤਾਂ ਸਾਨੂੰ ਇਹ ਨਹੀਂ ਪਤਾ। ਅੱਜ ਮਹੂ ਜੀ ਬੱਚਾ ਜਿਹੜਾ ਆ ਨਾ, ਜਦੋਂ ਸ਼ਾਮ ਨੂੰ ਘਰੇ ਆ ਜਾਂਦਾ ਨਾ, ਤੇ ਮਾਪਾ ਉਦੋਂ ਸ਼ੁਕਰ ਕਰਦਾ ਵੀ ਠੀਕ ਠਾਕ ਆ ਗਿਆ। ਮਾਪੇ ਨੂੰ ਘਰੋਂ ਤੁਰਨ ਲੱਗਾ ਚਿੰਤਾ ਹੁੰਦੀ ਵੀ ਸ਼ਾਮ ਨੂੰ ਸੁੱਖੀ ਸਾਂਦੀ ਘਰ ਆ ਜਾਵੇ, ਕਿਉਂਕਿ ਜਿਹੋ ਜਿਹਾ ਮਾਹੌਲ ਹੈ, 4 ਚਫੇਰੇ ਜਿਸ ਤਰ੍ਹਾਂ ਦੀ ਦਾ, ਚਾਹੇ ਉਹ ਸਰਕਾਰੀ ਹੈ ਚਾਹੇ ਉਹ ਗੈਰ ਸਰਕਾਰੀ ਹੈ, ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਜਿਸ ਤਰ੍ਹਾਂ ਦੀ ਦਾ ਕਰਪਟ ਸਿਸਟਮ, ਜਿਸ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਹਥਿਆਰਾਂ ਦਾ ਬੋਲਬਾਲਾ, ਕੋਈ ਪਤਾ ਨਹੀਂ, ਦਿਨ ਦਿਹਾੜੇ ਜਿਹੜੇ ਆ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਕਤਲ ਹੋ ਰਹੇ ਆ। ਸੋਸ਼ਲ ਮੀਡੀਆ ਤੇ ਬਹੁਤ ਕੁਝ ਆ ਰਿਹਾ, ਸੋਸ਼ਲ ਮੀਡੀਆ ਤੇ ਆ ਰਿਹਾ ਸਾਰਾ ਕੁਝ, ਤੁਹਾਨੂੰ ਤੋਂ ਜ਼ਿਆਦਾ ਪਤਾ। ਮਤਲਬ ਇਸ ਹਾਲਾਤ 'ਚ ਕੋਈ ਮਾਪਾ ਵੀ ਨਹੀਂ ਚਾਹੁੰਦਾ, ਮਾਪੇ ਖੁਸ਼ੀ ਨਾਲ ਨਹੀਂ, ਮਾਪੇ ਕਹਿੰਦੇ ਸ਼ੁਕਰ ਕਰਦੇ ਆ ਕਿ ਬੱਚਾ ਕੈਨੇਡਾ ਦਾ, ਘੱਟੋ ਘੱਟ ਬੱਚਾ ਜਿਹੜਾ ਸਾਡਾ ਸੇਫ ਹੈ, ਉੱਥੇ ਸੁਰੱਖਿਅਤ ਹੈ। ਤੇ ਅਸੀਂ ਘੱਟੋ ਘੱਟ ਇਹ ਸੋਚ ਕੇ ਮਾਪੇ ਵੀ ਇਹ ਕਿਸੇ ਗੈਂਗ 'ਚ ਨਹੀਂ ਪੈ ਗਿਆ, ਜਾਂ ਇਹ ਕਿਸੇ ਪੁਲਿਸ ਦੇ ਹੱਥੋਂ ਜਾਂ ਕਿਸੇ ਗੈਂਗ ਦੇ ਹੱਥੋਂ ਮਾਰਿਆ ਨਹੀਂ ਗਿਆ। ਅੱਜ ਮਾਪਾ ਇੱਥੇ ਖੜਾ ਹੈ ਜੀ। ਜਿਵੇਂ ਹੁਣ ਆਪਾਂ ਐਜੂਕੇਸ਼ਨ ਦੇ ਉੱਪਰ ਇਹ ਗੱਲਬਾਤ ਕੀਤੀ ਹੈ, ਜਿਵੇਂ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਮਨ ਦਾ, ਜ਼ਰੂਰੀ ਨਹੀਂ ਕਿ ਮੈਂ ਸਹੀ ਹੋਵਾਂਗਾ ਜੀ। ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗੱਲ ਕੀਤੀ ਜਾਂਦੀ ਹੈ, CBSE ਦੀ ਗੱਲ ਕੀਤੀ ਜਾਂਦੀ ਹੈ, ICSE ਦੀ ਗੱਲ ਕੀਤੀ ਜਾਂਦੀ ਹੈ, ਇਸਲਾਮਿਕ ਬੋਰਡ ਵੀ ਵੱਖਰਾ ਹੈ, ਕਦੀ ਤੁਹਾਡੇ ਮਨ ਦੇ ਵਿੱਚ ਖਿਆਲ ਨਹੀਂ ਆਇਆ ਵੀ ਕੋਈ ਐਸਾ ਸਿੱਖ ਐਜੂਕੇਸ਼ਨ ਬੋਰਡ ਵੀ ਹੋਣਾ ਚਾਹੀਦਾ? ਬਿਲਕੁਲ, ਕਿਉਂ ਨਹੀਂ ਹੋਣਾ ਚਾਹੀਦਾ? ਸਿੱਖ ਐਜੂਕੇਸ਼ਨ ਬੋਰਡ ਹੋਣਾ ਚਾਹੀਦਾ। ਇਹੀ ਸਾਡੀ, ਮੈਂ ਇਹੀ ਗੱਲ ਤਾਂ ਕਰ ਰਿਹਾ ਹਾਂ ਕਿ ਲੀਡਰਸ਼ਿਪ, ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਆ ਉਹਨੂੰ ਸਹੀ ਲੀਹਾਂ ਤੇ ਨਹੀਂ ਲਿਆਂਦਾ ਜਾ ਸਕਦਾ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਆ ਉਹ ਇੰਸਪੈਕਟਰੀ ਰਾਜ ਆ। ਸਿੱਖਿਆ ਬੋਰਡ ਨਾਲ ਸੰਬੰਧਿਤ ਸਕੂਲ ਜਿਹੜੇ ਆ, ਜਿਹੜੇ ਸਰਕਾਰੀ ਸਕੂਲ ਹੈ, ਉਹ ਸਕੂਲ ਜਿਹੜੇ ਆ ਉਹ ਬਿਲਕੁਲ ਕਹਿ ਸਕਦਾ ਕਿ ਉਹ ਆਖਰੀ ਸਾਹਾਂ ਤੇ ਹੈ। ਨਾਮ ਹੀ ਹੋਣ, ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ, ਨਾ ਉਹਨਾਂ ਕੋਲ ਕੋਈ ਇਨਫਰਾਸਟਰਕਚਰ ਹੈ, ਨਾ ਉਹਨਾਂ ਦੇ ਕੋਲ ਅਧਿਆਪਕਾਂ
ਦੀ ਗਿਣਤੀ ਪੂਰੀ ਹੈ। ਹਾਂਜੀ, ਸੋ ਇੱਕ ਸਕੂਲ ਜਿਹਦੇ ਵਿੱਚ 10 ਕਲਾਸਾਂ ਚੱਲ ਰਹੀਆਂ, 3-3 ਅਧਿਆਪਕ ਆ। ਸੋ ਦੂਸਰਾ ਪੱਖ ਜਿਹੜਾ ਸਾਡੀ ਲੀਡਰਸ਼ਿਪ ਸੀਗੀ, ਉਹਨਾਂ ਨੇ ਜਿਹੜੀ ਮੁੱਢਲੀ ਵਿਦਿਆ ਸੀ ਉਹਨੂੰ ਲੈ ਕੇ ਅਸੀਂ ਯੂਨੀਵਰਸਿਟੀਆਂ ਬਣਾਉਣ ਪੈ ਗਏ। ਯੂਨੀਵਰਸਿਟੀਆਂ ਤੋਂ ਹੋਰ ਵੀ ਬਥੇਰੀਆਂ ਯੂਨੀਵਰਸਿਟੀਆਂ 'ਚ ਕਿੰਨੇ ਨੌਜਵਾਨਾਂ ਜਾਣਾ ਸੀ। ਅਸੀਂ ਜਿਹੜਾ ਬੋਰਡ ਬਣਨਾ ਚਾਹੀਦਾ ਸੀਗਾ ਕੋਈ, ਉਹ ਬਣਾਉਣ ਦੀ ਬਜਾਏ ਅਸੀਂ ਹੋਰ ਪਾਸੇ ਤੁਰੇ ਰਹੇ। ਜੇ ਅਸੀਂ ਜਿੰਨੇ ਮਰਜ਼ੀ ਅਸੀਂ ਸਕੂਲ ਖੋਲ੍ਹ ਲਈਏ, ਜੇ ਉਹ ਸਕੂਲਾਂ ਨੂੰ ਗਾਈਡਲਾਈਨ ਜਿਹੜੀ ਹੈ ਉਹ ਮਿਲਣੀ ਪੰਜਾਬ ਬੋਰਡ ਤੋਂ ਹੈ, ਜਿਹਨੇ ਕਿ ਦਿੱਲੀ ਦੇ ਮੁਤਾਬਕ, ਨੀਤੀਆਂ ਮੁਤਾਬਕ ਚੱਲਣਾ ਆ, ਜਿਹਦੇ ਵਿੱਚ ਸਾਡੇ ਗੁਰੂਆਂ ਦਾ, ਸਾਡੇ ਸਿਧਾਂਤ ਦਾ, ਸਾਡੇ ਪੰਜਾਬ ਦਾ ਹੈ ਹੀ ਕੱਖ ਨਹੀਂ। ਪਿਛਲੇ ਕੁਝ ਸਮੇਂ ਦੇ ਵਿੱਚ ਨਾ ਦੇਖੋ, ਇਹ ਗੱਲ ਬੜੀ ਕਲੀਅਰ ਹੈ। ਹਾਂਜੀ, ਸਾਡੇ ਕੋਲ ਬਕਾਇਦਾ ਚੈਨਲ ਦੇ ਉੱਪਰ ਉਹ ਐਪੀਸੋਡ ਪਏ ਨੇ, ਜਦੋਂ ਮਰਜ਼ੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ। ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਐਸੀਆਂ ਬੁੱਕਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਛਪੀਆਂ ਜਿਹਦੇ ਵਿੱਚ ਗੁਰੂਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ। ਜਸਵਿੰਦਰ ਸਿੰਘ ਰਾਜਪੁਰਾ ਹੋਰਾਂ ਨੇ ਤੇ ਇਹਨਾਂ ਦੀ ਟੀਮ ਨੇ, ਅਸੀਂ ਸਾਰਿਆਂ ਨੇ ਰਲ ਮਿਲ ਕੇ ਬਕਾਇਦਾ ਵਿਰੋਧ ਕੀਤਾ। ਉਸ ਤੋਂ ਬਾਅਦ ਉਹ ਬੁੱਕ ਬੈਨ ਹੋਈ, ਵਾਪਸ ਲਈ ਗਈ। ਉਸ ਤੋਂ ਬਾਅਦ ਫਿਰ ਦੁਬਾਰਾ ਛਪ ਕੇ ਆਈ, ਫਿਰ ਉਸ ਤੋਂ ਬਾਅਦ ਫਿਰ ਹੋਰ ਜ਼ਿਆਦੀਆਂ ਗਲਤੀਆਂ। ਤੁਹਾਨੂੰ ਲੱਗਦਾ ਨਹੀਂ ਜੇ ਸਾਡਾ ਸਿੱਖ ਐਜੂਕੇਸ਼ਨ ਬੋਰਡ ਹੋਵੇਗਾ ਤੇ ਫਿਰ ਅਸੀਂ ਦੱਸਾਂਗੇ ਵੀ ਇਹਦੇ ਵਿੱਚ ਆ ਕੀ ਦੇਣਾ ਆ? ਨਹੀਂ, ਉਹਦੇ ਵਿੱਚ ਮਹੂ ਜੀ ਇੱਕ ਗੱਲ ਇਹ ਹੈ ਨਾ ਕਿ ਇਹ ਤਾਂ ਠੀਕ ਹੈ, ਬਿਲਕੁਲ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਐਜੂਕੇਸ਼ਨ ਬੋਰਡ ਹੋਣਾ ਚਾਹੀਦਾ, ਪਰ ਐਜੂਕੇਸ਼ਨ ਬੋਰਡ ਤੋਂ ਪਹਿਲਾਂ ਜਿਹੜੀ ਹੈ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਸ਼ਹਿਰਦ ਲੀਡਰਸ਼ਿਪ ਹੋਏ। ਕਿਉਂਕਿ ਜੇ ਲੀਡਰਸ਼ਿਪ ਹੀ ਸ਼ਹਿਰਦ ਨਹੀਂ, ਮੈਂ ਗੱਲ ਪਿੱਛੇ ਕੀਤੀ ਹੈ ਗੱਲ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਖੋ ਸਾਡੀ ਵੱਡੀ ਸੰਸਥਾ ਆ, ਆਪਾਂ ਇਹਦੇ ਤੋਂ ਉਮੀਦ ਕਰਦੇ ਹਾਂ ਕਿ ਐਜੂਕੇਸ਼ਨ ਬੋਰਡ ਹੁਣ 'ਚ ਲੈ ਕੇ ਆਵੇ ਜੀ, ਉਹ ਜੋ ਵੀ ਕਾਇਦੇ ਕਾਨੂੰਨ ਆ, ਨਿਯਮਾਂ ਮੁਤਾਬਕ, ਕਾਨੂੰਨ ਮੁਤਾਬਕ ਉਹ ਸਥਾਪਿਤ ਕਰਾਵੇ ਜਾਂ ਕਰੇ। ਲੇਕਿਨ ਜੇਕਰ ਉਹ ਲੀਡਰਸ਼ਿਪ ਜਿਹੜੀ ਹੈ ਉਹ ਵੀ ਖੁਦ ਉਸੇ ਚੱਕਰ 'ਚ ਫਸੀ ਹੋਈ ਹੈ, ਜਿਸ ਤਰ੍ਹਾਂ ਉਹਨਾਂ ਦੀਆਂ ਕਿਤਾਬਾਂ ਦੀ ਸਾਹਮਣੇ ਆ ਰਹੀ ਹੈ, ਤੁਹਾਡੇ ਵੀ ਚੈਨਲ ਤੋਂ ਮੈਂ ਬਹੁਤ ਵਾਰ ਦੇਖ ਚੁੱਕਾ ਕਿ ਉਹਨਾਂ ਦੀਆਂ ਇਹੋ ਜਿਹੀਆਂ ਕਿਤਾਬਾਂ ਸਾਹਮਣੇ ਆਈਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ ਜੀ, ਤੇ ਉਹ ਜਿਹੜੀਆਂ ਵਾ ਉਹ ਵੀ ਸਿੱਖ ਸਿਧਾਂਤ ਦੇ ਉੱਤੇ ਬਿਲਕੁਲ ਖਰਿਆ ਨਹੀਂ ਉਤਰਦੀਆਂ। ਔਰ ਉਹਨਾਂ ਵਿੱਚ ਵੀ ਇੰਨਾ ਕੁ ਮਲਗੋਭਾ ਆ ਕਿ ਸਾਡੇ ਗੁਰੂਆਂ ਦੀ ਤਸਵੀਰ ਹੀ ਉਹਨਾਂ ਨੇ ਬੜੀ ਉਲਟ-ਪੁਲਟ ਪੇਸ਼ ਜੀ, ਬਹੁਤ ਹੋਰ ਢੰਗ 'ਚ ਕਰ ਦਿੱਤੀ। ਸੋ ਇਹ ਵੀ ਜ਼ਰੂਰੀ ਹੈ ਜਿੱਥੇ ਬੋਰਡ ਬਣੇ ਉੱਥੇ ਇਹਨੂੰ ਨਿਰਪੱਖ, ਕਿਉਂਕਿ ਅਸੀਂ ਹਰ ਵਾਰੀ ਸਾਡੀ ਲੀਡਰਸ਼ਿਪ ਯਤਨ ਕਰਦੀ ਹੈ ਕਿਸੇ ਵੀ ਚੀਜ਼ ਨੂੰ ਪੋਲੀਟੀਕਲੀ ਆਪਣੇ ਹੱਕ ਵਿੱਚ ਭੁਗਤਾਉਣ ਦੀ। ਇਹ ਚੀਜ਼ ਜਿਹੜੀ ਉਹ ਬੰਦ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਦੇਖੋ ਇਸਲਾਮੀਆ ਯੂਨੀਵਰਸਿਟੀ ਹੈ ਜੀ, ਜਿਹੜੀ ਹੈ ਆਪਣੀ ਯੂਪੀ ਦੇ ਵਿੱਚ, ਉਹਨਾਂ ਦੀ ਮੁਸਲਮਾਨ ਭਰਾਵਾਂ ਦੀ ਯੂਨੀਵਰਸਿਟੀ ਜਿਹੜੀ ਉਹ ਬਿਲਕੁਲ ਸਹੀ ਲਿਖਾਂ ਤੇ ਵਰਕ ਕਰ ਰਹੀ ਹੈ, ਉਹਦੇ ਵਿੱਚ ਉਹ ਦਖਲਅੰਦਾਜ਼ੀ ਨਹੀਂ ਕੋਈ ਕਰਦੇ। ਇਸੇ ਤਰ੍ਹਾਂ ਹੀ ਇਹ ਨਹੀਂ ਕਿ ਉਹ ਜਿਵੇਂ ਹੁਣ ਸਾਡੇ ਹਸਪੀਟਲ ਬਣੇ ਆ ਚਾਹੇ ਸ਼੍ਰੋਮਣੀ ਕਮੇਟੀ ਦੇ, ਉਹ ਵੀ ਜਿਹੜੇ ਉੱਥੇ ਵੀ ਉਹੋ ਜਿਹਾ, ਜੇ ਮੰਨ ਲਓ ਅਸੀਂ ਸਿਰਫ ਬੋਤਲ ਹੀ ਬਦਲਣੀ ਹੈ, ਅੰਦਰਲਾ ਪਾਣੀ ਜਿਹੜਾ ਉਹ ਨਹੀਂ ਬਦਲਣਾ, ਤੇ ਫਿਰ ਬੋਤਲ ਬਦਲਣ ਨਾਲ ਤਾਂ ਕੁਝ ਵੀ ਨਹੀਂ ਹੋਣਾ, ਚਾਹੇ ਅਸੀਂ ਬੋਰਡ ਜਿੰਨੇ ਮਰਜ਼ੀ ਬਣਾ ਲਈਏ ਜੀ। ਕਹਿਣ ਤੋਂ ਭਾਵ ਕਿ ਬਿਲਕੁਲ ਸੁਹਿਰਦ ਲੀਡਰਸ਼ਿਪ ਚਾਹੀਦੀ ਹੈ, ਲੀਡਰਸ਼ਿਪ ਹੋਵੇ ਜਿਹੜੀ ਬੱਚਿਆਂ ਦੀ ਨੈਤਿਕਤਾ ਨੂੰ ਜਾਂ ਬੁੱਧਿਕ ਲੈਵਲ ਨੂੰ ਕਿਵੇਂ ਉੱਚਾ ਚੁੱਕਣਾ, ਉਸ ਪਾਸੇ ਜਿਹਦੇ ਦਿਮਾਗ 'ਚ ਇਹ ਚਿੰਤਾ ਹੋਵੇ ਪੰਜਾਬ ਦੀ ਸਿੱਖੀ ਦੇ ਭਵਿੱਖ ਦੀ, ਔਰ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਦਰਦ ਹੋਵੇ ਵੀ ਸਾਡੀ ਕੌਮ ਜਿਹੜੀ ਹੈ ਉਹ ਗਲਤ ਰਸਤੇ ਨੂੰ ਸਾਡਾ ਯੂਥ ਜਾ ਰਿਹਾ ਵਾ, ਅਸੀਂ ਇਹਨੂੰ ਬਚਾਉਣਾ ਆ। ਇਹ ਪਹਿਲੋਂ ਅੰਦਰ ਜਿਹੜੀ ਦ੍ਰਿੜ ਸੰਕਲਪ ਹੋਣਾ ਜ਼ਰੂਰੀ ਜੀ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀਆਂ ਜੀ, ਸਾਨੂੰ ਸਮਾਂ ਦੇ ਕੇ ਤੁਸੀਂ ਨਿਵਾਜਿਆ। ਸੋ ਦਰਸ਼ਕੋ, ਇਹ ਸਨ ਸਰਦਾਰ ਸਵਰਨ ਸਿੰਘ ਜੀ। ਮੈਂ ਆਪਣੀ ਸਮੁੱਚੀ ਟੀਮ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਸਰਦਾਰ ਸਵਰਨ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਜੀ। ਧੰਨਵਾਦ ਤੁਹਾਡਾ ਵੀ ਜੀ, ਸਮੁੱਚੀ ਟੀਮ ਦਾ, ਅਕਾਲ ਚੈਨਲ ਦੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਐਜੂਕੇਸ਼ਨ ਬਾਰੇ, ਜੋ ਸਾਡਾ ਯੂਥ ਹੈ ਉਹ ਜਿਸ ਤਰ੍ਹਾਂ ਮਾਈਗ੍ਰੇਟ ਹੋ ਰਿਹਾ ਹੈ, ਉਹਨੂੰ ਅਸੀਂ ਕਿੱਦਾਂ ਬਚਾ ਸਕਦੇ ਹਾਂ, ਉਹਦੇ ਲਈ ਸਾਡੀ ਸ਼ਹਿਰਦ ਲੀਡਰਸ਼ਿਪ ਅੱਗੇ ਆਵੇ ਤਾਂ ਪੰਜਾਬ ਨੂੰ ਸਹੀ ਦਿਸ਼ਾ ਮਿਲੇ ਐਜੂਕੇਸ਼ਨ ਖੇਤਰ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।